ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਨ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪੰਜਾਬ ਅਤੇ ਭਾਰਤ ਦੀਆਂ ਜਿਹੜੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਗੁਰਪਾਲ ਸਿੰਘ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਦੁਸਹਿਰੇ ਮੌਕੇ ਸੰਘ ਮੁਖੀ ਬੋਲਿਆ, 70 ਸਾਲਾਂ ਬਾਅਦ ਹੁਣ ਮਹਿਸੂਸ ਹੋਈ ਆਜ਼ਾਦੀ, ਗਊ ਰੱਖਿਆ ਕੰਮ ਕਰਦੇ ਰਹਿਣਗੇ ਜਿਹੜੇ ਰੱਖਿਅਕ ਨੇ। ਅੱਜ ਦੁਸਹਿਰਾ ਆ ਤੇ ਹਰੇਕ ਪਾਸੇ ਰਾਵਣ ਨੂੰ ਫੂਕਿਆ ਜਾ ਰਿਹਾ ਜੀ। ਇਹ ਵੱਖਰੀ ਗੱਲ ਆ ਕਿ ਜਿਹੜੇ ਪਰਾਲੀ ਫੂਕਣ ਵਾਲੇ ਆ ਉਹ ਵੀ ਵਿਚਾਰੇ ਲਾਭ ਚੁੱਕਣ ਡਏ ਆ ਦਵਾ ਦਵ ਕੇ ਦੁਸਹਿਰੇ ਦੇ ਵਿੱਚ ਵਗਦੀਆਂ ਵਹਿੰਦੀਆਂ ਚ ਅਸੀਂ ਵੀ ਆਪਣਾ ਕੰਮ ਮਹਿਸੂਸ ਕਰ ਲਈਏ ਜੀ। ਉਹ ਵੀ ਬੁੱਤ ਬਣਾ ਕੇ ਵਿੱਚੋਂ ਕੁਛ ਬੰਦੇ ਫੂਕਣ ਡਏ ਆ। ਪਰ ਇਹ ਜਿਹੜਾ ਅੱਜ ਰਾਵਣ ਫੂਕਿਆ ਗਿਆ, ਇਹਦਾ ਸਭ ਤੋਂ ਵੱਡਾ ਕੇਂਦਰ ਸੀਗਾ ਦਿੱਲੀ ਦੇ ਵਿੱਚ, ਜਿੱਥੇ ਅੱਜ ਪ੍ਰਧਾਨ ਮੰਤਰੀ ਨੇ ਰਾਵਣ ਨੂੰ ਤੀਰ ਮਾਰ ਕੇ ਸਾੜਿਆ। ਕਮਾਲ ਦੀ ਗੱਲ ਹੈ, ਜਦੋਂ ਤੀਰ ਕਮਾਨ ਚੁੱਕਿਆ ਸਾੜਨ ਲਈ, ਉਹ ਟੁੱਟ ਗਿਆ ਨਾਲ ਦੀ ਨਾਲ ਹੀ। ਸਾਰੇ ਹੱਸ ਕੇ ਉੱਥੇ ਬੈਠੇ। ਹਾਂ, ਤੇ ਫਿਰ ਬਾਅਦ ਦੇ ਵਿੱਚ ਉਸੇ ਤੀਰ ਕਮਾਨ ਨੂੰ ਲੋਕਾਂ ਵੱਲ ਲਹਿਰਾ ਦਿੱਤਾ ਪ੍ਰਧਾਨ ਮੰਤਰੀ ਨੇ। ਖੈਰ, ਜਿਹੜਾ ਅੱਜ ਦੁਸਹਿਰਾ ਹੈ ਨਾ, ਇਹਦੇ ਨਾਲ ਇੱਕ ਚੀਜ਼ ਹੋਰ ਜੁੜੀ ਆ, ਉਹ ਇਹ ਆ ਕਿ RSS ਦੀ ਸਥਾਪਨਾ ਇਸੇ ਦਿਨ ਹੀ ਹੋਈ ਸੀ, 1925। 1925 ਨੂੰ ਦੁਸਹਿਰੇ ਵਾਲੇ ਦਿਨ ਹੀ RSS ਦੀ ਸਥਾਪਨਾ ਹੋਈ ਸੀ। ਯਾਨੀ ਦੁਸਹਿਰਾ ਜਿਹੜਾ ਉਹ ਸੰਘ ਦਾ ਸਥਾਪਨਾ ਦਿਹਾੜਾ ਵੀ ਹੈ ਜੀ। ਗੇਟਗੇਵਾਰ ਨੇ ਇਸ ਸੰਗਠਨ ਨੂੰ ਅੱਜ ਦੇ ਦਿਨ ਚ ਹੋਂਦ ਲਿਆਂਦਾ ਸੀ। ਸੋ ਸੰਘ ਮੁਖੀ ਫਿਰ ਅੱਜ ਪੂਰਾ ਖੁੱਲ ਕੇ ਬੋਲਿਆ। ਉਹਨੇ ਕੁਝ ਗੱਲਾਂ ਕੀਤੀਆਂ ਨੇ, ਗੱਲਾਂ ਜਿਹੜੀਆਂ ਉਹ ਕਾਫੀ ਉਹਦੀਆਂ ਮਹੱਤਤਾ ਇਸ ਕਰਕੇ ਰੱਖਦੀਆਂ ਕਿਉਂਕਿ ਸਮਾਂ ਇਹ ਬੜਾ ਮਹੱਤਵਪੂਰਨ ਆ। ਸੋ ਇਸ ਸਮੇਂ ਉਹਨੇ ਜੋ ਗੱਲਾਂ ਕਹੀਆਂ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦੇਵਾਂ। ਇੱਕ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਉਹਨੇ ਆਖਿਆ ਕਿ ਗਊ ਰੱਖਿਅਕਾਂ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਉਹ ਆਪਦਾ ਕੰਮ ਕਰਦੇ ਰਹਿਣ। ਦੂਸਰਾ ਉਹਨਾਂ ਕਿਹਾ ਕਿ ਜਿਹੜੇ ਰੋਹਿੰਗਿਆ ਸ਼ਰਨਾਰਥੀ ਆ, ਜੇ ਉਹਨਾਂ ਨੂੰ ਇੱਥੇ ਸ਼ਰਨ ਦਿੱਤੀ ਜਾਂਦੀ ਹੈ ਤੇ ਉਹ ਰੁਜ਼ਗਾਰ ਅਤੇ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਜਾਣਗੇ। ਤੀਜੀ ਗੱਲ ਉਹਨੇ ਆਖੀ ਆ ਕਿ ਹੁਣ ਜੋ ਇਸ ਸਮੇਂ ਆਰਥਿਕਤਾ ਹੈ, ਉਹਦੇ ਵਿੱਚ ਇਹ ਮਸਲਾ ਬਹੁਤ ਤੇਜ਼ੀ ਨਾਲ ਉੱਭਰਦਾ ਪਿਆ ਕਿ ਸਾਡੀ ਆਰਥਿਕਤਾ ਠੀਕ ਨਹੀਂ। ਉਹ ਕਹਿੰਦੇ ਆ ਕਿ ਜਿਹੜੀ ਅਰਥ ਨੀਤੀ ਸਾਰਿਆਂ ਦੇ ਹਿੱਤਾਂ ਨੂੰ ਪਾਲਦੀ ਨਹੀਂ, ਉਹਦੇ ਤੇ ਦੁਬਾਰਾ ਵਿਚਾਰ ਹੋਣਾ ਚਾਹੀਦਾ, ਪੁਨਰ ਵਿਚਾਰ ਹੋਣਾ ਚਾਹੀਦਾ। ਸੋ ਇਹ ਕੁਛ ਗੱਲਾਂ ਕਹੀਆਂ ਨੇ ਉਹਨਾਂ ਨੇ। ਨਾਲ ਇਹ ਵੀ ਕਿਹਾ ਕਿ ਕਸ਼ਮੀਰ ਦੇ ਵਿੱਚ ਆਰਥਿਕ ਰੂਪ ਚ ਅੱਤਵਾਦੀਆਂ ਦੀ ਕਮਰ ਟੁੱਟ ਗਈ ਹੈ, ਲੱਕ ਟੁੱਟ ਗਿਆ। ਹੁਣ ਪਤਾ ਨਹੀਂ ਲੱਕ ਟੁੱਟਿਆ ਜਾਂ ਕਿ ਨਹੀਂ। ਉਹਦੇ ਚੌਥੇ ਦਿਨ ਟੁੱਟੇ ਲੱਕ ਦੇ ਨਾਲ ਹੀ ਆ ਕੇ ਕਿਤੇ ਨਾ ਕਿਤੇ ਠੋਕੋ ਕਰ ਜਾਂਦੇ ਆ। ਸਾਡੇ ਵਾਲੇ ਜਿਹੜੇ ਇੱਧਰੋਂ ਇਹ ਵੀ ਫਾਇਰ ਖੋਲ ਜਾਂਦੇ ਆ। ਉੱਥੇ ਮੁਕਾਬਲਾ ਚਤੋ ਪੈਰ ਚੱਲਦਾ ਹੀ ਰਹਿੰਦਾ। ਕੋਈ ਦਿਨ ਹੈ ਜਿੱਦਣ ਸੁੱਕਾ ਲੰਘ ਜਾਵੇ। ਇਹ ਪਤਾ ਨਹੀਂ ਕਿਹੜੇ ਪੁਆਇੰਟ ਆਫ ਵਿਊ ਤੋਂ ਕਹਿੰਦੇ ਕਿ ਲੱਕ ਟੁੱਟ ਗਿਆ। ਦੂਜੀ ਗੱਲ ਜਿਹੜੀ ਰੋਹਿੰਗਿਆ ਮੁਸਲਮਾਨਾਂ ਦੀ ਕਹੀ, ਉਹ ਤੇ ਆਪਾਂ ਇਹਨਾਂ ਤੋਂ ਇਹੋ ਹੀ ਐਕਸੈਪਟ ਕਰਦੇ ਹਾਂ ਕਿ ਇਹਨਾਂ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਗ੍ਰਹਿ ਰਾਜ ਮੰਤਰੀ ਇਹਨਾਂ ਤੋਂ ਵੱਖ ਨਹੀਂ ਹੋਣਾ। ਤੀਜੀ ਗੱਲ ਜਿਹੜੀ ਇਹ ਗੱਲ ਕਰਦੇ ਆ ਨਾ ਕਿ ਸਾਰਿਆਂ ਦੇ ਹਿੱਤ ਜਿਹੜੀ ਆਰਥਿਕ ਨੀਤੀ ਨਹੀਂ ਪਾਲਦੀ, ਉਹਦੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ। ਖੁੱਲ ਕੇ ਕਿਉਂ ਨਹੀਂ ਕਹਿੰਦੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਮੌਜੂਦਾ ਆਰਥਿਕ ਨੀਤੀ ਹੈ, ਉਹ ਇਸ ਸਮੇਂ ਆਲੋਚਨਾ ਦੇ ਘੇਰੇ 'ਚ ਹੈ। ਉਹ ਇਸ ਸਮੇਂ ਦੇਸ਼ ਨੂੰ ਹਨੇਰੇ ਵੱਲ ਧੱਕ ਗਈ ਹੈ। ਸਾਫ਼ ਤੌਰ ਤੇ ਕਿਉਂ ਨਹੀਂ ਕਹਿੰਦੇ?
ਜਦੋਂ ਇਹ ਗੱਲ ਉਹ ਕਹਿੰਦੇ ਆ ਕਿ ਗਊ ਰੱਖਿਅਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਉਹ ਆਪਦਾ ਕੰਮ ਕਰਦੇ ਰਹਿਣ। ਆਪਦਾ ਕੰਮ ਕਰਦੇ ਰਹਿਣ ਤੋਂ ਭਾਵ ਕੀ ਆ ਕਿ ਹੁਕਮ ਠੋਕ ਲਾਈ ਰੱਖੋ, ਭਾਗਮ ਭਾਗ ਕਰੀ ਰੱਖੋ, ਇਹੀ ਬਣਦਾ ਨਾ। ਹੋਰ ਉਹਨਾਂ ਨੇ ਆਪਦਾ ਕੰਮ ਤੇ ਕਰੀ ਜਾਣਾ। ਸੋ ਜਦੋਂ ਇੰਨਾ ਖੁੱਲ ਕੇ ਕਹਿੰਦੇ ਆ ਕਿ 70 ਸਾਲ ਤੋਂ ਬਾਅਦ ਹੁਣ ਮਹਿਸੂਸ ਹੋਣ ਲੱਗਾ ਕਿਤੇ ਕਿ ਸਾਨੂੰ ਆਜ਼ਾਦੀ ਮਿਲੀ ਆ, ਤੇ ਫਿਰ ਉਹਨਾਂ ਨੂੰ ਘੱਟੋ ਘੱਟ 2 ਸ਼ਬਦ ਇੱਥੇ ਵੀ ਖੁੱਲ ਕੇ ਕਹਿਣੇ ਚਾਹੀਦੇ ਸੀ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਖੁੱਲ ਕੇ ਬੋਲ ਦੇਣਾ ਚਾਹੀਦਾ ਸੀ। ਜਿਹੜੀ ਗੱਲ ਆ 70 ਸਾਲ ਵਾਲੀ ਕਹਿੰਦੇ ਆ, ਇਹ ਵੀ ਇਹਨਾਂ ਦਾ ਮੂਰਖਪੁਣਾ ਹੈ। ਇਹ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਨਾ, ਇਹ ਸਿੱਧ ਕਰ ਦਿੰਦੇ ਆ ਕਿ ਅਸੀਂ ਠੀਕ ਆ ਕਿ ਇੱਕ ਵਿਸ਼ੇਸ਼ ਏਜੰਡੇ ਲਈ ਤੇ ਬਹੁਤ ਜ਼ਿਆਦਾ ਚਲਾਕੀ ਰੱਖਦੇ ਆ, ਪਰ ਸਾਡੀ ਬੁੱਧੀ ਹੈ ਜਿਹੜੀ ਉਹ ਇੰਨੇ ਕੁ ਪੱਧਰ ਦੀ ਆ ਕਿ ਜਦੋਂ ਅਸੀਂ 70 ਸਾਲ ਦੀ ਗੱਲ ਕਰਦੇ ਆ ਤੇ 70 ਸਾਲਾਂ ਦੇ ਵਿੱਚ ਕੀ ਫਿਰ ਜਿਹੜਾ ਵਾਜਪਾਈ ਦਾ ਕਾਰਜਕਾਲ ਸੀ 6.5 ਸਾਲਾਂ ਦਾ, ਉਹ ਵੀ ਗੁਲਾਮੀ ਵਾਲਾ ਸੀ। ਉਹ ਵੀ ਗੁਲਾਮੀ ਵਾਲਾ ਸੀ। ਇਹਦਾ ਮਤਲਬ ਆ ਤੁਹਾਨੂੰ ਆਪਣੀ ਸਰਕਾਰ ਦੇ ਵਿੱਚ ਵੀ ਗੁਲਾਮੀ ਹੰਡਾਉਣੀ ਪਈ ਜੀ। ਸੋ ਇਹ ਇੰਨੀ ਕੁ ਅਕਲ ਰੱਖਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਦੋਂ 70 ਸਾਲ ਓਵਰਆਲ ਕਹਿੰਦੇ ਕਿ 70 ਸਾਲਾਂ ਬਾਅਦ ਸਾਨੂੰ ਆਜ਼ਾਦੀ ਹੁਣ ਮਿਲੀ ਹੈ, ਉਹ ਆਪਣੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲੈ ਲੈਂਦੇ ਆ। ਯਾਨੀ ਜਦੋਂ ਅਸੀਂ ਉਦੋਂ ਰਾਜ ਕਰਦੇ ਸੀ, ਅਸੀਂ ਆਪਣੇ ਰਾਜ ਦੇ ਵਿੱਚ ਆਪ ਗੁਲਾਮ ਸੀ। ਸੋ ਜਿਹੜੇ ਲੋਕ ਇੰਨੀ ਕੁ ਬੁੱਧੀ ਰੱਖਦੇ ਆ, ਉਹਨਾਂ ਤੋਂ ਤੁਸੀਂ ਕੀ ਪ੍ਰਵਾਨ ਕਰੋਗੇ ਕਿ ਇਹ ਜਦੋਂ ਬੋਲਣਗੇ ਬਹੁਤ ਚੱਜ ਦੇ ਬੋਲਣਗੇ। ਉਹਦਾ ਜਿਹੜਾ ਅੱਜ ਦੁਸਹਿਰਾ ਸੀਗਾ, ਇਹ ਸ਼ਸਤਰ ਪੂਜਾ ਵੀ ਕਰਦੇ ਆ, ਤੇ ਸ਼ਸਤਰ ਪੂਜਾ ਦੇ ਦੌਰਾਨ ਅੱਜ ਯੂਪੀ ਦੇ ਵਿੱਚ ਇਹਨਾਂ ਦੇ ਗੁੰਡੇ ਕਹਿ ਲਓ ਜਾਂ ਕਾਰਕੁਨ ਕਹਿ ਲਓ, ਇਹਨਾਂ ਦੀ ਭਾਸ਼ਾ 'ਚ ਜੋ ਮਰਜ਼ੀ ਕਹਿ ਲਓ, ਪਰ ਉਹ ਲੋਕ ਸੜਕਾਂ ਤੇ ਉਤਰ ਆਏ ਔਰ ਪਤਾ ਨਹੀਂ ਕਿਹੜੀ ਪੂਜਾ ਸੀ, ਉੱਥੇ ਹਵਾ ਦੇ ਵਿੱਚ ਗੋਲੀਆਂ ਚਲਾਈਆਂ। ਜਿਹੜੇ ਬੱਚੇ ਸੜਕਾਂ ਤੋਂ ਲੰਘਣ ਡਏ ਸਨ ਉਹ ਸਹਿ ਗਏ। ਮਾਪੇ ਜਿਹੜੇ ਸੀ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਆਲੇ ਦੁਆਲੇ ਭੱਜਣ ਲੱਗੇ। ਉਹਨਾਂ ਨੇ ਬਹੁਤ ਠਾਠਾ ਕੀਤੀ ਹੈ। ਇਹ ਪਤਾ ਨਹੀਂ ਕਿਹੜੀ ਸ਼ਸਤਰ ਪੂਜਾ। ਆਮ ਬੰਦਾ ਜੇ ਕੋਈ ਵੱਡਾ ਸਾਰਾ ਖੰਜਰ ਵੀ ਆਪਣੀ ਡੱਬ ਦੇ ਵਿੱਚ ਪਾ ਕੇ ਤੁਰਿਆ ਜਾਂਦਾ ਹੋਵੇ, ਚਾਹੇ ਉਹਨੇ ਘਰੇ ਜਾ ਕੇ ਗੰਢੇ ਹੀ ਕੱਟਣੇ ਹੋਣ, ਉਹਨੂੰ ਵੀ ਫੜ ਲਿਆ ਜਾਂਦਾ ਕਿ 25 54 59 ਦਾ ਤੇਰੇ ਤੇ ਕੇਸ ਬਣਦਾ। ਇਹ ਖੁੱਲੇ ਰੂਪ ਦੇ ਵਿੱਚ ਐਸੀ ਸ਼ਸਤਰ ਪੂਜਾ ਕਰਨ ਡਏ ਆ ਕਿ ਆ ਕੇ ਸੜਕ ਤੇ ਫਲਾਈਓਵਰ ਤੇ ਆ ਕੇ ਫਾਇਰਿੰਗ ਕਰਦੇ ਆ। ਕੋਈ ਇਹਨਾਂ ਨੂੰ ਰੋਕਦਾ ਨਹੀਂ, ਕੋਈ ਇਹਨਾਂ ਨੂੰ ਟੋਕਦਾ ਨਹੀਂ। ਸੋ ਕੁੱਲ ਮਿਲਾ ਕੇ ਦੁਸਹਿਰਾ ਤੇ ਲੰਘ ਚੱਲਿਆ, ਪਰ ਸੰਘ ਦੇ ਮੁਖੀ ਨੇ ਜੋ ਪ੍ਰਸੰਗ ਅੱਜ ਪ੍ਰਗਟਾਏ ਆ, ਉਹਨਾਂ ਪ੍ਰਸੰਗਾਂ ਦੇ ਵਿੱਚੋਂ ਸਭ ਤੋਂ ਜਿਹੜੀ ਨਿਚੋੜ ਕੱਢਣ ਵਾਲੀ ਗੱਲ ਇਹ ਆ ਕਿ ਉਸ ਸੰਘ ਮੁਖੀ ਨੇ ਜੋ ਰੋਹਿੰਗਿਆ ਮੁਸਲਮਾਨਾਂ ਪ੍ਰਤੀ ਦ੍ਰਿਸ਼ਟੀਕੋਣ ਦੱਸਿਆ, ਉਸ ਦ੍ਰਿਸ਼ਟੀਕੋਣ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ ਕਿ RSS ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਲੈ ਕੇ ਚੱਲਦੀ ਆ। ਬਿਲਕੁਲ ਬਿਲਕੁਲ ਨਫ਼ਰਤ ਦੇ ਨਾਲ ਭਰੇ ਹੋਏ ਨੇ। ਅਗਲੀ ਮਿੰਟੂ ਜੀ ਗੱਲ ਕਰੀਏ ਕਿ NGO ਨੇ UN ਵਿੱਚ ਭਾਰਤ ਦੀ ਸ਼ਿਕਾਇਤ ਕਰਤੀ ਆ। ਦੇਖੋ ਇਹ ਜਿਹੜਾ NGO ਹੈ ਨਾ, ਇਹ ਮਨੁੱਖੀ ਤਸਕਰੀ ਨੂੰ ਲੈ ਕੇ ਕੰਮ ਕਰਦਾ ਵਾ। ਇਹਦੀ ਜਿਹੜੀ ਹੈਗੀ ਆ ਮੁੱਖ ਤਰਜਮਾਨ ਬੀਬੀ ਰੁਚਿਕਾ ਗੁਪਤਾ ਜੀ, ਉਹਨੇ UN ਦੇ ਵਿੱਚ ਜਾ ਕੇ ਭਾਰਤ ਦੀ ਇੱਕ ਬਹੁਤ ਵੱਡੀ ਸ਼ਿਕਾਇਤ ਕੀਤੀ ਹੈ। ਉਹਨੇ ਇਹ ਗੱਲ ਆਖੀ ਹੈ, ਉਹਨੇ ਆਖਿਆ ਕਿ ਭਾਰਤ ਨੇ 2 ਕਾਨੂੰਨ ਇਹੋ ਜਿਹੇ ਪਾਸ ਕਰ ਦਿੱਤੇ ਆ ਜਿਹਦੇ ਤਹਿਤ ਹੁਣ ਬਾਲ ਮਜ਼ਦੂਰੀ ਦੇ ਅਸਲ ਆંકੜੇ ਜਿਹੜੇ ਉਹ ਸਾਹਮਣੇ ਨਹੀਂ ਆ ਸਕਣਗੇ। ਮਤਲਬ ਕਿ ਇਹਨਾਂ ਨੇ ਬਾਲ ਮਜ਼ਦੂਰੀ ਹੀ ਲੀਗਲਾਈਜ਼ ਕਰ ਦਿੱਤੀ ਹੈ ਇੱਕ ਤਰ੍ਹਾਂ। ਇਹ ਬਹੁਤ ਗੰਭੀਰ ਵਿਸ਼ਾ ਜੀ। ਉਸ ਬੀਬੀ ਨੇ ਜਾ ਕੇ ਹਵਾਲਾ ਦਿੱਤਾ ਕਿ 1986 ਦਾ ਜਿਹੜਾ ਕਾਨੂੰਨ ਸੀ ਉਹ ਇਹਨਾਂ ਨੇ ਬਦਲ ਦਿੱਤਾ ਔਰ ਉਹਦੇ ਤੇ ਕੋਈ ਵੀ ਸਾਰਥਕ ਚਰਚਾ ਪੂਰੇ ਦੇਸ਼ ਦੇ ਵਿੱਚ ਨਹੀਂ ਕਰਵਾਈ ਗਈ ਜੀ, ਕੋਈ ਵੀ ਬਹਿਸ ਨਹੀਂ ਹੋਈ। ਇਹਨਾਂ ਨੇ ਆਪਣੇ ਪੱਧਰ ਤੇ ਉਸ ਕਾਨੂੰਨ ਨੂੰ ਬਦਲ ਦਿੱਤਾ। ਹੁਣ ਰਾਜ ਕਰਮਵੀਰ ਸਿੰਘ ਜੀ, ਇਹ ਮੁੱਦਾ ਬਹੁਤ ਗੰਭੀਰ ਹੈ। ਬਿਲਕੁਲ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਤੇ ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ। ਇਹਨਾਂ ਨੇ ਪਤਾ ਨਹੀਂ ਕਦੋਂ ਬਿੱਲ ਲਿਆਂਦਾ। ਮੈਂ ਤੇ ਕਦੇ ਅਖਬਾਰਾਂ 'ਚ ਵੀ ਇਹਦੀ ਚਰਚਾ ਨਹੀਂ ਪੜ੍ਹੀ। ਬਿਲਕੁਲ, ਅੱਜ ਇਹ UN ਦੇ ਵਿੱਚੋਂ ਰਿਪੋਰਟ ਆਈ ਆ ਕਿ ਰੁਚਿਕਾ ਗੁਪਤਾ ਨੇ ਉੱਥੇ ਜਾ ਕੇ ਮੁੱਦਾ ਬੜੀ ਸ਼ਿੱਦਤ ਦੇ ਨਾਲ ਚੁੱਕਿਆ ਕਿ ਇਸ ਤਰ੍ਹਾਂ ਤੇ ਆંકੜੇ ਭਾਰਤ ਦੇ ਛੁਪ ਜਾਣਗੇ। ਔਰ ਤੁਹਾਨੂੰ ਮੈਂ ਦੱਸਾਂ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜੀ, ਜਿਹੜੀ ਅੰਤਰਰਾਸ਼ਟਰੀ ਬਾਲ ਮਜ਼ਦੂਰੀ ਦੀ ਇੱਕ ਸੰਸਥਾ ਹੈ ਨਾ, ਜਿਹਨੂੰ ਅੰਤਰਰਾਸ਼ਟਰੀ ਬਾਲ ਮਜ਼ਦੂਰੀ ਸੰਗਠਨ ਕਹਿ ਦਿੰਦੇ ਆ, ILO ਵੈਸੇ ਕਹਿ ਦਿੰਦੇ ਆ, ਉਹਦੇ ਹੀ ਰਿਪੋਰਟ ਅਨੁਸਾਰ ਪੂਰੇ ਵਰਲਡ ਦੇ ਵਿੱਚ 21 ਕਰੋੜ ਬਾਲ ਮਜ਼ਦੂਰ ਆ। 21 ਕਰੋੜ, ਤੇ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਆ। ਕੋਈ ਤਾਂ ਇਹ ਦੱਸਦਾ ਕਿ ਕਰੋੜ ਤੋਂ ਵੀ ਜ਼ਿਆਦਾ, ਕੋਈ ਦੱਸਦਾ ਕਿ ਲਗਭਗ 2 ਕਰੋੜ ਆ, ਕਈ ਆંકੜੇ ਤੇ ਕਹਿੰਦੇ ਆ ਕਿ 2 ਤੋਂ ਵੀ ਉੱਤੇ ਆ।
ਜੀ। ਹੁਣ ਬਾਲ ਮਜ਼ਦੂਰੀ ਦਾ ਜਿਹੜਾ ਪਹਿਲਾ ਕਾਨੂੰਨ ਸੀਗਾ ਉਹ 1938 ਚ ਆਇਆ ਸੀ ਭਾਰਤ 'ਚ, ਯਾਨੀ ਆਜ਼ਾਦੀ ਤੋਂ ਪਹਿਲਾਂ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੱਥੇ 38 ਤੇ ਕਿੱਥੇ 2017 ਬਾਲ ਮਜ਼ਦੂਰੀ ਅੱਜ ਤੱਕ ਨਹੀਂ ਰੁਕੀ। ਇਹਦੇ ਤੇ ਕਈ ਵਾਰ ਸੋਧਾਂ ਹੋਈਆਂ ਇਸ ਕਾਨੂੰਨ ਤੇ। ਬਾਅਦ ਦੇ ਵਿੱਚ ਆਖਰੀ ਸੋਧ ਜਿਹੜੀ ਹੋਈ 1986 ਦੇ ਵਿੱਚ ਹੋਈ ਆ। ਉਸ ਸੋਧ ਦੇ ਵਿੱਚ ਕੀ ਸੀਗਾ, ਇਹਨਾਂ ਨੇ ਇਹ ਇੱਕ ਮੱਦ ਰੱਖੀ ਸੀ ਕਿ 14 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ ਨਾ ਜਿਹੜਾ, ਉਹਨੂੰ ਮਾਂ ਪਿਓ ਵੀ ਆਪਣੇ ਕਾਰੋਬਾਰ 'ਚ ਨਹੀਂ ਲਾ ਸਕਦੇ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਏਗਾ ਕਿ ਜੇ ਮੰਨ ਲਓ ਅਸੀਂ ਆਪਣਾ ਬੱਚਾ, ਸਪੋਜ਼ ਕਰ ਲਓ ਅਸੀਂ ਉਹਨੂੰ ਖੇਤੀ 'ਚ ਵੀ ਲਾਉਨੇ ਆ, ਜਾ ਕੇ ਉਹਦੇ ਤੋਂ ਹਲ ਵਾਹੁਣੇ ਆ, ਟਰੈਕਟਰ ਚਲਵਾਉਣੇ ਆ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਅਸੀਂ ਨਹੀਂ ਕਰਵਾ ਸਕਦੇ 14 ਸਾਲ ਤੋਂ ਥੱਲੇ ਦੇ ਬੱਚੇ ਨੂੰ। ਹੁਣ ਦੱਸਦੇ ਇਹ ਆ ਕਿ ਇਹਨਾਂ ਨੇ ਇਹ ਜਿਹੜੀਆਂ ਮੱਦਾਂ ਸੀਗੀਆਂ ਇਹ ਹਟਾ ਦਿੱਤੀਆਂ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਨਾ ਸਿਰਫ ਇਸ ਚੀਜ਼ ਨੂੰ ਲੀਗਲਾਈਜ਼ ਕਰ ਦਿੱਤਾ ਕਿ ਕੋਈ ਵੀ ਬੱਚਾ ਆਪਣੇ ਪਿੱਤਰੀ ਕਾਰੋਬਾਰ ਦੇ ਵਿੱਚ ਕੰਮ ਕਰ ਸਕਦਾ, ਬਲਕਿ ਜਿਹੜੀਆਂ 86 ਜਗ੍ਹਾ ਜਿੱਥੇ ਮਨਾਹੀ ਸੀ ਕਿ 14 ਸਾਲ ਤੋਂ ਬੱਚਾ ਕੰਮ ਕਰ ਹੀ ਨਹੀਂ ਸਕਦਾ, ਉਹਨਾਂ ਦੇ ਵਿੱਚੋਂ ਵੀ 86 ਚੋਂ 83 ਨੂੰ ਲੀਗਲਾਈਜ਼ ਕਰ ਦਿੱਤਾ। ਮਤਲਬ ਕਿ ਦੇਖ ਲਓ 86 ਜਗ੍ਹਾ ਤੇ ਛੋਟੇ ਬੱਚੇ ਕੰਮ ਨਹੀਂ ਸੀ ਕਰ ਸਕਦੇ। 86 ਥਾਵਾਂ ਕਿਹੜੀਆਂ, ਜਿੱਦਾਂ ਖਦਾਨਾਂ ਹੋਈਆਂ, ਰੇਤ ਦੇ ਖੱਡੇ ਹੋਏ, ਇਹੋ ਜਿਹੀਆਂ ਵਿੱਚ ਖਤਰਨਾਕ ਜਗ੍ਹਾ ਜਿਨ੍ਹਾਂ ਦੇ ਵਿੱਚ ਬਾਲ ਨਹੀਂ ਉਤਾਰੇ ਜਾ ਸਕਦੇ, ਇਹਨਾਂ ਨੇ ਉਹਨਾਂ ਨੂੰ ਵੀ ਚੱਕ ਕੇ ਲੀਗਲਾਈਜ਼ ਕਰ ਦਿੱਤਾ। ਬਾਲ ਮਜ਼ਦੂਰੀ ਉੱਥੇ ਵੀ ਕੀਤੀ ਜਾ ਸਕਦੀ ਹੈ। ਇਹਦਾ ਭਾਵ ਇਹ ਆ ਕਿ ਇਹਨਾਂ ਨੇ ਸਾਰੀਆਂ ਜਿਹੜੀਆਂ ਸਖਤਾਈਆਂ ਸੀਗੀਆਂ ਬਾਲ ਮਜ਼ਦੂਰੀ ਤੇ ਇੱਕ ਵਾਰੀ ਚੱਕ ਦਿੱਤੀਆਂ। ਇਹ ਹੁਣ ਬਹੁਤ ਬਹੁਤ ਆਲੋਚਨਾ ਦਾ ਵਿਸ਼ਾ, ਕਿਉਂਕਿ ਯੂਨੀਸੈਫ ਨੇ ਤੇ ਆਲੋਚਨਾ ਕਰ ਵੀ ਦਿੱਤੀ ਹੈ ਭਾਰਤ ਦੀ। UN ਦੇ ਵਿੱਚ ਵੀ ਇਹ ਗੱਲ ਚਲੀ ਗਈ ਆ। ਮੇਰੇ ਖਿਆਲ ਦੇ ਨਾਲ ਉੱਥੋਂ ਵੀ ਫਟਕਾਰਾਂ ਪੈ ਜਾਣੀਆਂ ਭਾਰਤ ਨੂੰ। ਭਾਰਤ ਨੇ ਜੋ ਕੀਤਾ ਸਿੱਧੇ ਤੌਰ ਤੇ ਲੱਗਦਾ ਇਹ ਆ ਕਿ ਇਹ ਸੋਚ ਵਿਚਾਰਨ ਵਾਲਾ ਵਿਸ਼ਾ ਸੀ, ਬੜਾ ਸੈਂਸਿਟਿਵ ਵਿਸ਼ਾ ਸੀ, ਪਰ ਇਹਦੇ 'ਚ ਕਿਤੇ ਨਾ ਕਿਤੇ ਕਾਹਲੀ ਕੀਤੀ ਗਈ ਆ। ਕਾਹਲੀ ਕਿਉਂ ਕੀਤੀ ਗਈ ਆ, ਸਮਝ ਤੋਂ ਪਰੇ ਦੀ ਗੱਲ ਆ। ਸਾਡੇ ਇੱਥੇ ਜਦੋਂ ਰਾਈਟ ਟੂ ਐਜੂਕੇਸ਼ਨ ਆ ਕਿ ਸਭ ਤੋਂ ਪਹਿਲਾਂ ਜਿਹੜਾ ਬੱਚੇ ਦਾ ਅਧਿਕਾਰ ਆ ਉਹ ਆ ਤਾਲੀਮ ਦਾ, ਉਹਨੂੰ ਇਲਮ ਮਿਲਣਾ ਚਾਹੀਦਾ, ਤਾਲੀਮ ਉਹਨੂੰ ਮਿਲਣੀ ਚਾਹੀਦੀ ਆ। ਜਦੋਂ ਤੱਕ ਬੱਚਾ ਪੜ੍ਹੇਗਾ ਲਿਖੇਗਾ ਉਦੋਂ ਤੱਕ ਤੁਸੀਂ ਇਸ ਬੱਚੇ ਨੂੰ ਕਿਸੇ ਕੰਮ 'ਚ ਨਹੀਂ ਪਾ ਸਕਦੇ। ਇਸ ਕਾਨੂੰਨ ਦਾ ਅਸਲ ਮੰਤਵ ਇਹ ਆ ਤੇ ਤੁਸੀਂ ਉਹਦਾ ਮੰਤਵ ਹੀ ਖਤਮ ਕਰ ਰਹੇ ਹੋ। ਤਾਂ ਇਹ ਬਹੁਤ ਸੋਚਣ ਵਿਚਾਰਨ ਵਾਲਾ ਵਿਸ਼ਾ। ਹੁਣ ਇੱਥੇ ਸੋਚੇ ਵਿਚਾਰੇ ਕਿਹੜਾ, ਇੱਥੇ ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੀ ਆਬਾਦੀ ਆ, ਜਿੰਨੀ ਕਿਸੇ ਦੇਸ਼ ਦੀ ਆਬਾਦੀ ਵੱਡੀ ਹੋਏਗੀ ਉਨੀ ਵੱਡੀ ਗਰੀਬੀ ਹੋਏਗੀ, ਔਰ ਜਿੰਨੀ ਗਰੀਬੀ ਜ਼ਿਆਦਾ ਹੋਏਗੀ ਉਨੀ ਉੱਥੋਂ ਦੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਉਹ ਔਖੀ ਬਣਦੀ ਜਾਂਦੀ ਹੈ, ਦੁਖਿਆਰੀ ਬਣਦੀ ਜਾਂਦੀ ਹੈ। ਸੋ ਅੱਗੇ ਉਹ ਕਿਸੇ ਸ਼ਾਇਰ ਨੇ ਕਿਹਾ ਸੀ ਨਾ, वो चेहरे पे लिए चांद से प्यारे बच्चे बेचते फिरते हैं गलियों में गुब्बारे बच्चे। ਸਾਡੇ ਭਾਰਤ ਦੇ ਵਿੱਚ ਚੰਦ ਜਿਹੇ ਬੱਚੇ ਆ ਜਿਹੜੇ ਭੁੱਖ ਨਾਲ ਤੜਫਦੇ ਉਹ ਗੁਬਾਰੇ ਵੇਚਦੇ ਫਿਰਦੇ ਆ। ਸੋ ਇਹ ਜਿਹੜੀਆਂ ਅਸੀਂ ਅੱਗੇ ਵੰਨਗੀਆਂ ਸੁਣਦੇ ਆ ਰਚਨਾਵਾਂ 'ਚ, ਲੇਖਾਂ 'ਚ, ਲੇਖਕ ਬਹੁਤ ਬਹੁਤ ਜ਼ਿਆਦਾ ਦੁਖੜੇ ਰੋਂਦੇ ਆ ਬੱਚਿਆਂ ਦੇ, ਤਾਂ ਆਉਣ ਵਾਲੇ ਸਮੇਂ 'ਚ ਇਹ ਭਿਆਨਕਤਾ ਹੋਰ ਵੀ ਵੱਧ ਜਾਏਗੀ। ਸਾਡੇ ਤੇ ਇੱਥੋਂ ਦੇ ਇੱਕ ਬਾਲ ਮਜ਼ਦੂਰੀ ਲਈ ਕੰਮ ਕਰਨ ਵਾਲੇ ਸੱਜਣ ਨੂੰ ਨੋਬਲ ਪੁਰਸਕਾਰ ਵੀ ਦਿੱਤਾ ਗਿਆ, ਸਤਿਆਰਥੀ ਸਾਹਿਬ ਨੇ ਜਿਹੜੇ, ਕੈਲਾਸ਼ ਸਤਿਆਰਥੀ ਸਾਹਿਬ। ਉਹ ਤੇ ਕੰਮ ਕਰਦੇ ਪਏ ਪੂਰੇ ਭਾਰਤ ਦੇ ਵਿੱਚ ਤੇ ਦੁਨੀਆ ਉਹਨਾਂ ਨੂੰ ਸਲਾਮ ਕਰਦੀ ਪਈ ਆ। ਤੇ ਜਿਸ ਦੇਸ਼ ਨੂੰ ਨੋਬਲ ਪ੍ਰਾਈਜ਼ ਮਿਲਿਆ ਜਿਸ ਕੰਮ ਲਈ, ਉਹਨੇ ਉਸ ਕੰਮ ਦੇ ਵਿੱਚ ਫੱਕੀਆਂ ਹੀ ਲਾ ਦਿੱਤੀਆਂ, ਉਹਨੇ ਛੱਡਿਆ ਕੁਛ ਨਹੀਂ। ਸੋ ਮੇਰੇ ਖਿਆਲ ਦੇ ਨਾਲ ਪੂਰੇ ਦੇਸ਼ ਦੇ ਵਿੱਚੋਂ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ, ਔਰ ਇਹਨਾਂ ਨੂੰ ਆਪ ਹੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਕਿ ਜੇ ਹੁਣ ਇਹ ਦੁਨੀਆ ਦੇ ਵਿੱਚ ਬਦਨਾਮ ਹੁੰਦੇ ਪਏ ਆ ਇਹੋ ਜਿਹੇ ਖੇਤਰਾਂ 'ਚ, ਤੇ ਆਪਣੀ ਬਦਨਾਮੀ ਨੂੰ ਲੁਕਾਉਣ ਲਈ ਜੇ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਤੇ ਇਹ ਹਰਕਤਾਂ ਇਹਨਾਂ ਲਈ ਬਹੁਤ ਜ਼ਿਆਦਾ ਖਤਰਨਾਕ ਨੇ ਔਰ ਬਹੁਤ ਜ਼ਿਆਦਾ ਦੇਸ਼ ਲਈ ਇਹ ਗੁੰਮਰਾਹਕੁਨ ਨੇ। ਜੀ ਅਗਲੀ ਮਿੰਟੋ ਜੀ ਗੱਲ ਕਰਦੇ, ਕਮੇਟੀ ਨੇ ਬਡੂੰਗਰ ਦੇ ਪੇਸ਼ ਹੋਣ ਤੋਂ ਨਾ ਕੀਤੀ, ਕਿਹਾ ਵੀ ਕਮਿਸ਼ਨ ਸਰਕਾਰ ਦੀ ਕਠਪੁਤਲੀ ਆ, ਤੇ ਦੋਸ਼ ਤਾਂ ਇਹ ਪੂਰੀ ਕਮੇਟੀ ਦੇ ਉੱਤੇ ਵੀ ਇਹ ਲੱਗਦੇ ਰਹੇ ਆ ਜਦੋਂ ਪਿਛਲੀ ਸਰਕਾਰ ਸੀ ਵੀ ਕਠਪੁਤਲੀ ਤੇ ਇਹ ਆ। ਨਹੀਂ, ਇਹ ਕਹਿੰਦੇ ਅਸੀਂ ਕਾਠ ਪੁਤਲੀ ਸੀ, ਅਸੀਂ ਲੱਕੜ ਦੀ ਪੁਤਲੀ ਸੀ, ਇਹ ਕਠਪੁਤਲੀ ਹੈ। ਦੇਖੋ ਜਿਹੜੀ ਅੱਜ ਇਹਨਾਂ ਨੇ ਇੱਕ ਜੰਗ ਐਲਾਨੀ ਆ, ਇਹਦਾ ਲਗਭਗ ਸੰਕੇਤ ਮਿਲ ਹੀ ਗਿਆ ਸੀ। ਸੰਕੇਤ ਇਹ ਮਿਲ ਗਿਆ ਸੀਗਾ ਕਿ ਇਹਨਾਂ ਨੇ ਹੁਣ ਟਕਰਾਅ ਕਰਨਾ ਹੀ ਕਰਨਾ, ਕਮਿਸ਼ਨ ਦੇ ਨਾਲ ਟਕਰਾਅ ਕਰਨਾ ਹੀ ਕਰਨਾ, ਕਿਉਂਕਿ ਬਹੁਤ ਜ਼ਿਆਦਾ ਫਸ ਗਏ ਸੀ ਕਸੂਤੇ। ਜਥੇਦਾਰ ਤੇ ਮੁੱਕਰ ਹੀ ਗਿਆ ਸੀ ਗਿਆਨੀ ਗੁਰਬਚਨ ਸਿੰਘ। ਉਹ ਕਹਿੰਦਾ ਜੀ ਸਾਡੇ ਕੋਲ ਤੇ ਰਿਕਾਰਡ ਕੋਡ ਹੈ ਨਹੀਂ। ਉਹਨੇ ਸ਼ਾਇਦ ਇਹਨੂੰ ਟੈਲੀਫੋਨ ਕਰ ਦਿੱਤਾ ਹੋਣਾ ਬਡੂੰਗਰ ਸਾਹਿਬ ਨੂੰ, ਬਡੂੰਗਰ ਸਾਹਿਬ ਹੁਣ ਤੁਸੀਂ ਚੱਲੋ, ਤੁਸੀਂ ਸਾਂਭੋ, ਜਿੱਦਾਂ ਮਰਜ਼ੀ ਕਰੋ, ਮੈਨੂੰ ਨਹੀਂ ਪਤਾ। ਤੇ ਬਡੂੰਗਰ ਸਾਹਿਬ ਆਪ ਹਸਪਤਾਲ 'ਚ ਜਾ ਕੇ ਪੈ ਗਏ 4 ਦਿਨ।
ਹੁਣ ਆਏ ਆ, ਅੱਜ ਫਿਰ ਮੀਟਿੰਗ ਕੀਤੀ ਆ, ਹੰਗਾਮੀ ਮੀਟਿੰਗ ਕੀਤੀ ਹੈ ਪਟਿਆਲੇ ਦੇ ਵਿੱਚ। ਪਟਿਆਲਾ ਇਹਨਾਂ ਦਾ ਗ੍ਰਹਿ ਨਗਰ ਵੀ ਆ ਬਡੂੰਗਰ ਸਾਹਿਬ ਦਾ। ਹੁਣ ਇਹਨਾਂ ਨੇ ਫੈਸਲਾ ਕੀਤਾ, ਉਹ ਕਹਿੰਦੇ ਆ ਕਿ ਜਿਹੜਾ ਇੱਕ ਕਮਿਸ਼ਨ ਗਠਿਤ ਕੀਤਾ ਗਿਆ ਕਾਂਗਰਸ ਸਰਕਾਰ ਵੱਲੋਂ, ਤੇ ਕਾਂਗਰਸ ਦੀ ਕਠਪੁਤਲੀ ਹੈ, ਤੇ ਜਿਹੜੀ ਕਮੇਟੀ ਹੈ ਉਹ ਉੱਚ ਆ, ਇਹਦੇ ਤੋਂ ਉੱਚ ਆ। ਕਮੇਟੀ ਇਹਨਾਂ ਦੀ ਸਮਨਿੰਗ ਤੋਂ ਡਰ ਕੇ ਜਾਂ ਇਹਨਾਂ ਦੀ ਸਮਨਿੰਗ ਨੂੰ ਪ੍ਰਵਾਨ ਕਰਕੇ ਕਮਿਸ਼ਨ ਕੋਲ ਕਦਾਚਿਤ ਨਹੀਂ ਜਾਏਗੀ। ਜੀ ਸਾਫ਼ ਕਰ ਦਿੱਤਾ ਕਿ ਜਿਹੜੀ 8 ਅਕਤੂਬਰ ਨੂੰ ਪੇਸ਼ੀ ਪਾਈ ਗਈ ਸੀ ਕਿ ਤੁਸੀਂ ਆਪਣਾ ਰਿਕਾਰਡ ਪੇਸ਼ ਕਰੋ, ਕਿ ਜਿਹੜੀਆਂ ਅਖਬਾਰਾਂ 'ਚ ਤੁਸੀਂ ਡੇਰੇ ਨੂੰ ਮਾਫੀ ਦਿੱਤੀ ਦੀ ਪ੍ਰਵਾਨਗੀ ਸੰਬੰਧੀ ਜਿਹੜੀ ਮਸ਼ਹੂਰੀਬਾਜ਼ੀ ਕੀਤੀ, ਇਸ਼ਤਿਹਾਰਬਾਜ਼ੀ ਕੀਤੀ ਆ, ਉਹ ਕਿਸ ਤਰ੍ਹਾਂ ਕੀਤੀ ਹੈ, ਕਿਹਦੇ ਆਰਡਰ ਤੇ ਕੀਤੀ ਆ, ਉਹ ਸਾਰਾ ਕੁਛ ਲੈ ਕੇ ਆਓ। ਹੁਣ ਇਹਦਾ ਮਤਲਬ ਇਹ ਹੈ ਕਿ ਨਹੀਂ ਜਾਣਗੇ। ਸੋ ਇਹ ਇੱਕ ਨਵਾਂ ਮੇਰੇ ਖਿਆਲ ਦੇ ਨਾਲ ਵਿਵਾਦ ਛਿੜ ਜਾਣਾ, ਕਿਉਂਕਿ ਉਹ ਕਹਿੰਦੇ ਆ ਜੀ ਕਿ ਅਸੀਂ ਉੱਚ ਆ, ਮਤਲਬ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ, ਕਮਿਸ਼ਨ ਜੋ ਵੀ ਆ ਅਸੀਂ ਮੰਨਦੇ ਨਹੀਂ। ਫਿਰ ਇੱਥੇ ਇੱਕ ਸਵਾਲ ਉੱਠੇਗਾ ਕਿ ਜੇ ਤੁਸੀਂ ਮੰਨਦੇ ਨਹੀਂ ਫਿਰ ਤੁਸੀਂ ਅਦਾਲਤਾਂ 'ਚ ਕਿਵੇਂ ਜਾਂਦੇ ਹੋ? ਹੁਣ ਤੁਹਾਡਾ ਇੱਕ ਕਮੇਟੀ ਮੈਂਬਰ ਵੈਸੇ ਤਾਂ ਅਸਤੀਫਾ ਦੇ ਗਿਆ, ਉਹ ਹੈ ਤੇ ਕਮੇਟੀ ਮੈਂਬਰ ਆ, ਸੁੱਚਾ ਸਿੰਘ ਲੰਗਾ, ਕਿ ਉਹ ਆਖੇ ਕਿ ਮੈਂ ਤੇ ਕਮੇਟੀ ਮੈਂਬਰ ਆ, ਮੈਂ ਤਾਂ ਅਦਾਲਤ ਦੇ ਵਿੱਚ ਜਾਣਾ ਹੀ ਨਹੀਂ, ਕਿਉਂਕਿ ਮੈਂ ਤੇ ਉੱਚ ਕਮੇਟੀ ਦਾ ਪ੍ਰਤੀਨਿਧੀ ਆ, ਮੈਂ ਤੇ ਨਹੀਂ ਜਾਊਗਾ ਅਦਾਲਤ 'ਚ। ਮੰਨ ਲਓ ਕੱਲ ਨੂੰ ਰਾਜਕਰਨਵੀਰ ਸਿੰਘ ਜੀ, ਗੁਰਦੁਆਰਾ ਐਕਟ ਤੁਹਾਨੂੰ ਪਤਾ ਹੀ ਹੈ ਜੋ ਹੈ, ਉਸ ਦਾ ਹੋਮ ਮਿਨਿਸਟਰੀ ਦੇ ਅੰਡਰ ਆਉਂਦਾ ਹੈ। ਮੰਨ ਲਓ ਕੱਲ ਨੂੰ ਉੱਥੋਂ ਸੁਨੇਹਾ ਆ ਜਾਵੇ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਇਹਨਾਂ ਨੂੰ ਤਲਬ ਕਰ ਲਵੇ ਜਾਂ ਹੋਮ ਮਿਨਿਸਟਰੀ ਤਲਬ ਕਰ ਲਵੇ, ਅੱਗੇ ਕੁਛ ਮੁੱਦਿਆਂ ਤੇ ਇਹਨਾਂ ਦੀ ਪੇਸ਼ੀ ਪੈ ਚੁੱਕੀ ਹੈ, ਫਿਰ ਇਹ ਆਖਣਗੇ RSS ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦੀ ਹੈ। ਸੋ ਇਹ ਇੱਕ ਬੜਾ ਪੇਚੀਦਾ ਮਸਲਾ ਬਣ ਜਾਏਗਾ, ਕਿਉਂਕਿ ਇਹ ਸਿੱਧੇ ਤੌਰ ਤੇ ਇੱਥੋਂ ਦੀ ਜਿਹੜੀ ਸਟੇਟ ਗਵਰਨਮੈਂਟ ਆ ਉਹਨੂੰ ਚੈਲੰਜ ਕੀਤਾ ਜਾ ਰਿਹਾ, ਔਰ ਸਟੇਟ ਗਵਰਨਮੈਂਟ ਜਿਹੜੀ ਆ ਉਹ ਇੰਡੀਆ ਗਵਰਨਮੈਂਟ ਦਾ ਹੀ ਪਾਰਟ ਆ ਜੀ। ਸੋ ਇਹ ਇੱਕ ਬਹੁਤ ਜ਼ਿਆਦਾ ਅੱਗੇ ਗੁੰਝਲਦਾਰ ਲੜਾਈ ਸ਼ੁਰੂ ਹੋਣ ਵਾਲੀ ਆ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਰੁਖ ਕੀ ਹੋਊਗਾ, ਪਰ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਬਣਿਆ ਪਿਆ ਕਿ ਜੇ ਤੁਸੀਂ ਇੱਥੋਂ ਦੀ ਗਵਰਨਮੈਂਟ ਨੂੰ ਕੁਛ ਮੰਨਦੇ ਹੀ ਨਹੀਂ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਕੁਛ ਦਿਨ ਪਹਿਲਾਂ ਤੱਕ ਅਪੀਲਾਂ ਕਰਦੇ ਪਏ ਸੀ ਕਿ ਆਪਣੇ ਹਿੱਸੇ ਦਾ GST ਛੱਡ ਦਿਓ ਕੈਪਟਨ ਸਾਹਿਬ, ਆਪਣੇ ਹਿੱਸੇ ਦਾ GST ਮਾਫ ਕਰ ਦਿਓ। ਜਦੋਂ ਤੁਸੀਂ ਉਹਨਾਂ ਨੂੰ ਮੰਨਦੇ ਹੀ ਕੁਛ ਨਹੀਂ, ਜਦੋਂ ਤੁਸੀਂ ਉਹਨਾਂ ਨੂੰ ਹੁਣ ਮੰਨਦੇ ਕੁਛ ਨਹੀਂ, ਮੰਨ ਲਓ ਇਹ ਕਮਿਸ਼ਨ ਰਾਜਕਰਨਵੀਰ ਸਿੰਘ ਜੀ ਬੇਅਦਬੀ ਜਾਂ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਨ੍ਹਾਂ ਨੇ 2 ਨਿਰਦੋਸ਼ ਸਿੱਖ ਮਾਰੇ ਸੀ ਉਹਨਾਂ ਤੱਕ ਪਹੁੰਚ ਜਾਂਦਾ ਹੈ, ਉਹਨਾਂ ਦੋਸ਼ੀਆਂ ਨੂੰ ਕੱਲ ਨੂੰ ਫੜ ਕੇ ਦੁਨੀਆ ਦੀ ਕਚਹਿਰੀ 'ਚ ਲੈ ਆਉਂਦਾ ਹੈ ਜੀ, ਉੱਥੇ ਵੀ ਕਮੇਟੀ ਕਹੂਗੀ ਕਿ ਅਸੀਂ ਇੱਕ ਕਮਿਸ਼ਨ ਦਾ ਕੀਤਾ ਹੋਇਆ ਕੰਮ ਮੰਨਦੇ ਹੀ ਨਹੀਂ, ਕਹੂਗੀ। ਜੇ ਇਹ ਕਹੂਗੀ ਫਿਰ ਕਿਹੜੇ ਮੂੰਹ ਨਾਲੇ ਮੰਗ ਕਰਦੇ ਆ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੋ, ਫਿਰ ਤਾਂ ਕੋਈ ਆਧਾਰ ਹੀ ਨਹੀਂ ਰਹਿ ਜਾਂਦਾ ਮੰਗ ਦਾ ਜੀ। ਸੋ ਮੈਂ ਸਮਝਦਾ ਕਿ ਕਮੇਟੀ ਨੇ ਜੋ ਲੜਾਈ ਲੜੀ, ਪਤਾ ਨਹੀਂ ਕਿਸ ਨੁਕਤੇ ਤੇ ਲੜਾਈ ਲੜੀ ਹੈ, ਕਿਉਂਕਿ ਕੀ ਕਾਨੂੰਨੀ ਅਧਿਕਾਰ ਖੇਤਰ ਇਹਨਾਂ ਦੇ ਹੈ ਜਾਂ ਸਰਕਾਰ ਦੇ ਕੀ ਕਾਨੂੰਨੀ ਅਧਿਕਾਰ ਖੇਤਰ ਆ, ਉਹ ਸਾਡੀ ਮੁਹਾਰਤ ਦਾ ਵਿਸ਼ਾ ਨਹੀਂ ਹੈ। ਪਰ ਸਵਾਲ ਇਹ ਆ ਕਿ ਇਹਦੇ ਨਾਲ ਦੁਵਿਧਾਵਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ ਔਰ ਇੱਕ ਤਰ੍ਹਾਂ ਨਾਲ ਇੱਥੇ ਟਕਰਾਅ ਚੱਲ ਪਵੇਗਾ ਸਰਕਾਰ ਔਰ ਕਮੇਟੀ ਦੇ ਦਰਮਿਆਨ, ਜੋ ਕਿ ਚੱਲਣਾ ਨਹੀਂ ਚਾਹੀਦਾ। ਇੱਥੇ ਤੇ ਤਾਲਮੇਲ ਹੋਣਾ ਚਾਹੀਦਾ ਸਰਕਾਰ ਔਰ ਕਮੇਟੀ ਦੇ ਵਿੱਚ, ਕਿਉਂਕਿ ਆਖਰ ਨੂੰ ਇਹ ਜਿਹੜੀ ਜਾਂਚ ਪੜਤਾਲ ਚੱਲਦੀ ਪਈ ਹੈ ਇਹ ਕੋਈ ਕਮੇਟੀ ਦੇ ਘਪਲੇ ਨੂੰ ਲੈ ਕੇ ਤੇ ਚੱਲਦੀ ਨਹੀਂ ਪਈ ਕਿ ਕਮੇਟੀ ਇਹਨੂੰ ਵਕਾਰ ਦਾ ਸਵਾਲ ਬਣਾ ਲਵੇ। ਅਸਲ ਦੇ ਵਿੱਚ ਜਾਂਚ ਪੜਤਾਲ ਤੇ ਚੱਲਦੀ ਪਈ ਹੈ ਨਾ ਕਿ ਬਾਈਬਲ ਕਲਾਂ ਦੇ ਵਿੱਚ ਜਿਹੜੇ 2 ਨਿਰਦੋਸ਼ ਸਿੱਖ ਮਾਰੇ ਗਏ ਉਹਨਾਂ ਦੇ ਅਸਲ ਕਾਤਲ ਕੌਣ ਹੈ ਜੀ, ਪਹੁੰਚ ਤੇ ਉੱਥੋਂ ਤੱਕ ਹੋਣੀ ਆ। ਤੇ ਉਸ ਮਾਮਲੇ ਦੇ ਵਿੱਚ ਵੀ ਕਮੇਟੀ ਇਹੋ ਜਿਹਾ ਰਵੱਈਆ ਅਖਤਿਆਰ ਕਰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਕਮੇਟੀ ਖੁਦ ਤੇ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਦੁਵਿਧਾਵਾਂ ਤੇ ਪਹਿਲਾਂ ਵੀ ਬਹੁਤ ਨੇ, ਇਹ ਇੱਕ ਹੋਰ ਦੁਵਿਧਾ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੁਵਿਧਾਵਾਂ 'ਚ ਜੁੜ ਜਾਏਗੀ। ਸੋ ਮੇਰੇ ਖਿਆਲ ਦੇ ਨਾਲ ਇੱਕ ਕਾਨੂੰਨੀ ਲੜਾਈ ਦਾ, ਇੱਕ ਕਾਨੂੰਨੀ ਜਦੋਜਹਿਦ ਦਾ ਮੁੱਢ ਜਿਹੜਾ ਅੱਜ ਵੱਜ ਗਿਆ ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਹੁਣ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਲਾਈ ਡਿਊਟੀ ਕਿ ਪਰਾਲੀ ਸਾੜਨ ਵਾਲਿਆਂ ਦੇ ਉੱਤੇ ਨਿਗਾਹ ਰੱਖੋ। ਇਹ ਅਧਿਆਪਕਾਂ ਦੇ ਨਾਲ ਇੰਨਾ ਮਾੜਾ ਕੀ ਹੁੰਦਾ? ਕਦੀ ਕਹਿੰਦੇ ਵੀ ਸਵੇਰੇ ਜਿਹੜਾ ਲੋਟਾ ਲੈ ਕੇ ਤੁਰਿਆ ਆ ਉਹਨਾਂ ਦਾ ਨਿਗਾਹ ਰੱਖੋ, ਆਹ ਕਰੋ ਇਹ ਕਰੋ, ਇਹ ਪੜ੍ਹਾਉਣਗੇ ਕਦੋਂ? ਨਹੀਂ, ਇਹ ਤੇ ਸਾਡੀ ਇੱਥੋਂ ਦੀ ਬਦਕਿਸਮਤੀ ਹੈ। ਜਦੋਂ ਆਹ ਸਰਕਾਰ ਆਈ ਸੀਗੀ ਤੇ ਬੀਬੀ ਅਰੁਣਾ ਚੌਧਰੀ ਐਜੂਕੇਸ਼ਨ ਮਿਨਿਸਟਰ ਬਣੀ ਆ, ਇਹਨਾਂ ਨੇ ਐਲਾਨ ਕੀਤਾ ਸੀ ਕਿ ਅਧਿਆਪਕ ਸਿਰਫ ਪੜ੍ਹਾਉਣਗੇ।
ਪਰ ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਅਧਿਆਪਕ ਸਿਰਫ ਪੜ੍ਹਾਉਣਗੇ ਔਰ ਇਹ ਸਿਰਫ ਉਦੋਂ ਪੜ੍ਹਾਉਣਗੇ ਜਦੋਂ ਅਸੀਂ ਇਹਨਾਂ ਨੂੰ ਕਹਾਂਗੇ ਕਿ ਹੁਣ ਤੁਸੀਂ ਵਿਹਲੇ ਜਾ ਪੜ੍ਹਾਓ ਜੀ, ਬਾਕੀ ਕੰਮ ਅਸੀਂ ਇਹਨਾਂ ਤੋਂ ਕਰਾਈ ਚੱਲਾਂਗੇ। ਜਦੋਂ ਸਾਰੇ ਕੰਮ ਖਤਮ ਹੋ ਜਾਇਆ ਕਰਨਗੇ ਫਿਰ ਅਸੀਂ ਕਿਆ ਕਰਾਂਗੇ, ਹੁਣ ਤੁਸੀਂ ਸਿਰਫ ਪੜ੍ਹਾਓ। ਮਤਲਬ ਕਿ ਪੜ੍ਹਾਉਣਗੇ ਜਦੋਂ ਅਸੀਂ ਕਹਾਂਗੇ ਉਦੋਂ ਪੜ੍ਹਾਉਣਗੇ। ਹੁਣ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਊਟੀਆਂ ਲਾਉਣੀਆਂ ਅਧਿਆਪਕਾਂ ਦੀਆਂ, ਤੇ ਬੜੀ ਮਾੜੀ ਗੱਲ ਆ। ਤੁਹਾਡੇ ਕੋਲ ਅਫਸਰਾਂ ਦੀ ਫੌਜ ਆ, ਤੁਹਾਡੇ ਕੋਲ ਕਿੰਨੇ ਆਪਣੇ ਪੁਲਿਸ ਦੇ ਕਰਮਚਾਰੀ ਆ, ਕਿੰਨੇ ਕਰਮਚਾਰੀ ਆ, ਤੁਸੀਂ ਉਹਨਾਂ ਤੋਂ ਕੰਮ ਲੈ ਸਕਦੇ ਹੋ। ਤੁਹਾਡੇ ਕੋਲ ਆ ਜਿਹੜੇ ਠੇਕੇ ਤੇ ਹੋਰ ਮੁਲਾਜ਼ਮ ਆ, ਕੱਚੇ ਕਾਮੇ ਆ, ਵੱਖ-ਵੱਖ ਸੰਸਥਾਨਾਂ 'ਚ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੇ ਆ, ਤੁਸੀਂ ਉਹਨਾਂ ਨੂੰ ਲਾ ਸਕਦੇ ਹੋ ਇਸ ਕੰਮ ਤੇ। ਜੇ ਨਹੀਂ ਤੇ ਕੁਝ ਸਮੇਂ ਲਈ ਤੁਸੀਂ ਆਰਜ਼ੀ ਭਰਤੀ ਕਰ ਸਕਦੇ ਹੋ। ਆ ਪਿੱਛੇ ਜੇ ਨਰਮੇ ਤੇ ਜਿਹੜਾ ਚਿੱਟੀ ਮੱਖੀ ਦਾ, ਚਿੱਟੇ ਤੇਲੇ ਦਾ ਹਮਲਾ ਹੁੰਦਾ ਸੀ, ਉਹਦੇ ਸੰਬੰਧ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਦੇ ਕੁਝ ਰੰਗਰੂਟ ਭਰਤੀ ਕੀਤੇ ਸਨ, ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਜਾ ਕੇ ਦੇਖਦੇ ਸੀ। ਉਹਨਾਂ ਨਾਲ ਵੀ ਤੇ ਐਗਰੀਮੈਂਟ ਕੀਤਾ ਨਾ, ਮਹੀਨਾ 2 ਮਹੀਨੇ 3 ਮਹੀਨੇ ਦਾ। ਇੱਥੇ ਵੀ ਬੰਦੇ ਰੱਖੇ ਜਾ ਸਕਦੇ ਆ। ਹੁਣ ਦੇਖੋ ਅਧਿਆਪਕ ਕੀ ਆਪਣਾ ਜਿਹੜਾ ਰਾਤ ਦਾ ਸਮਾਂ ਉਹ ਵਾਹਣਾਂ ਦੇ ਵਿੱਚ ਝਾਤੀਆਂ ਮਾਰ ਕੇ ਲੰਘਾਇਆ ਕਰੂਗਾ? ਕਿਉਂਕਿ ਆਮ ਤੌਰ ਤੇ ਪਰਾਲੀ ਨੂੰ ਜਿਹੜੀ ਅੱਗ ਲਾਈ ਜਾਂਦੀ ਆ, ਉਹ ਅੱਗ ਲਾਈ ਜਾਂਦੀ ਆ ਰੌਲ ਗੋਲ ਵੇਲੇ। ਸਾਨੂੰ ਪੰਜਾਬੀਆਂ ਨੂੰ ਰੌਲ ਗੋਲ ਵੇਲੇ ਦਾ ਵੈਸੇ ਪਤਾ ਨੀ ਗਾ ਕਿਹੜੇ ਕੁ ਵੇਲੇ ਹੁੰਦਾ, ਪਰ ਅਸੀਂ ਸਮਝਦੇ ਹਾਂ ਜਦੋਂ ਤਕਾਲਾਂ ਪੈ ਜਾਂਦੀਆਂ, ਨਾ ਹਨੇਰਾ ਜਿਹਾ ਹੁੰਦਾ ਤੇ ਨਾ ਚਾਨਣ ਜਿਹਾ ਹੁੰਦਾ, ਵਿਚਾਲਾ ਜਿਹਾ ਹੁੰਦਾ, ਜਦੋਂ ਉਹਨੂੰ ਰੌਲ ਗੋਲਾ ਜਿਹਾ ਕਹਿ ਦਿੰਦੇ ਆ। ਤਾਂ ਇੱਥੋਂ ਅੱਗ ਲਾਉਣੀ ਸ਼ੁਰੂ ਹੁੰਦੇ, ਜਿਹੜੀ ਕਿ 3-4 ਘੰਟੇ ਲਾਈ ਜਾਂਦੀ ਹੈ। ਮਤਲਬ ਕਿ 7, 8, 9, 10, 11 ਵਜੇ ਤੱਕ ਪਰਾਲੀ ਸਾੜੀ ਜਾਂਦੀ ਹੈ। ਕਿਉਂਕਿ ਹੁਣ ਤੇ ਦਿਨੇ ਅੱਗ ਲਾਉਣ ਦਾ ਮਤਲਬ ਹੀ ਹੈ ਨਹੀਂ, ਨਾਲ ਦੀ ਨਾਲ ਸ਼ਿਕਾਇਤ ਹੋ ਜਾਂਦੀ ਹੈ, ਨਾਲ ਦੀ ਨਾਲ ਟੈਲੀਫੋਨ ਹੋ ਜਾਂਦਾ। ਦਿਨੇ ਅੱਗ ਲੱਗਣੀ ਨਹੀਂ, ਅੱਗ ਲਾਉਣੀ ਹੈ ਕਿਸਾਨਾਂ ਨੇ ਰਾਤ ਨੂੰ। ਤੇ ਕੀ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ, ਆਪਣੇ ਸਿਖਿਆਰਥੀਆਂ ਨੂੰ 12-1 ਵਜੇ ਤੱਕ, 2 ਵਜੇ ਤੱਕ ਪੜ੍ਹਾ ਕੇ ਘਰੇ ਜਾ ਕੇ ਨਹਾ ਧੋ ਕੇ ਫਿਰ ਵਾਪਸ ਫੀਲਡ ਦੇ ਵਿੱਚ ਆ ਜਾਣਗੇ ਰਾਤ ਨੂੰ, ਸ਼ਾਮ ਨੂੰ। ਔਰ ਜੇ ਕਿਸੇ ਨੂੰ ਰੋਕਣਗੇ, ਅੱਗੋਂ ਡਾਂਗ ਮਾਰ ਕੇ ਕਿਸੇ ਦੇ ਜ਼ਿਮੀਦਾਰ ਨੇ ਲੱਤ ਤੋੜ ਦਿੱਤੀ, ਇਹ ਕੌਣ ਜ਼ਿੰਮੇਵਾਰ ਆ? ਕਿਉਂਕਿ ਕਿਸਾਨ ਤੇ ਅੱਕੇ ਪਏ ਆ, ਉਹ ਤੇ ਸਿੱਧਾ ਕਹਿੰਦੇ ਆ ਕਿ ਅਸੀਂ ਤੇ ਜਾਂ ਮਰਾਂਗੇ ਜਾਂ ਮਾਰਾਂਗੇ, ਸਾਡੇ ਕੋਲ ਤੇ ਹੋਰ ਕੋਈ ਬਦਲ ਹੈ ਨੀਗਾ। ਸਾਨੂੰ ਜੇਲ੍ਹਾਂ 'ਚ ਸੁੱਟੋ, ਰੇਲਾਂ 'ਚ ਸੁੱਟੋ, ਜਿੱਥੇ ਮਰਜ਼ੀ ਸੁੱਟੋ। ਅਸੀਂ ਹੁਣ ਇਸ ਪਰਾਲੀ ਨੂੰ ਗੰਢੜੀਆਂ ਬੰਨ ਕੇ ਵਾਂਡੇ ਥੋੜੀ ਸੁੱਟ ਆਈਏ, ਔਰ ਰਿਸ਼ਤੇਦਾਰਾਂ ਦੇ ਕੋਲ ਥੋੜੀ ਸੁੱਟ ਆਈਏ। ਅਸੀਂ ਤਾਂ ਕਿਸੇ ਪਾਸੇ ਇਸ ਪਰਾਲੀ ਨੂੰ ਬਿਲੇ ਲਾਉਣਾ ਹੀ ਲਾਉਣਾ। ਸੋ ਇਹ ਇੱਕ ਨਵੀਂ ਤਰ੍ਹਾਂ ਦੀ ਸਮੱਸਿਆ ਖੜੀ ਕਰਦੇ ਪਏ। ਸਮਝ ਤੋਂ ਪਰੇ ਦੀ ਗੱਲ ਆ ਕਿ ਸਰਕਾਰ ਨੂੰ ਹੱਲ ਖੋਜਣੇ ਚਾਹੀਦੇ ਆ। ਹੱਲ ਦੀ ਥਾਂ ਤੇ ਉਹ ਆਪਣੇ ਅਧਿਆਪਕਾਂ ਨੂੰ ਇਸ ਪਾਸੇ ਤੋਰਦੀ ਪਈ ਆ, ਜਿਹੜੀ ਕਿ ਬਹੁਤ ਸ਼ਰਮ ਵਾਲੀ ਗੱਲ ਆ। ਅਧਿਆਪਕਾਂ ਦਾ ਕੰਮ ਆ ਪੜ੍ਹਾਉਣਾ, ਅਧਿਆਪਕ ਦਾ ਕਿੱਤਾ ਅਧਿਆਪਨ। ਤੁਸੀਂ ਅਧਿਆਪਨ ਤੱਕ ਹੀ ਰੱਖੋ ਉਹਨਾਂ ਨੂੰ। ਤੁਸੀਂ ਤੇ ਉਹਨਾਂ ਨੂੰ ਪਰਾਲੀ, ਕਦੇ ਜਿਵੇਂ ਤੁਸੀਂ ਕਿਹਾ ਕਿ ਕਦੇ ਉਹ ਤੜਕੇ ਉੱਠ ਕੇ ਗਿਣੋ ਕਿ ਲੋਟਾ ਲੈ ਕੇ ਕੌਣ ਕੌਣ ਜੰਗਲ ਪਾਣੀ ਜਾਂਦਾ ਖੇਤਾਂ ਨੂੰ, ਉਹਦੀ ਗਿਣਤੀ ਕਰਿਓ। ਕਦੇ ਇੱਧਰ ਚੱਲ ਜਾਓ, ਕਦੇ ਵੋਟਾਂ ਬਣਾਉਣ ਲੱਗ ਜਾਓ, ਕਦੇ ਜਿਹੜੀ ਬੱਚੇ ਜੰਮੇ ਆ ਉਹਨਾਂ ਦੀ ਗਿਣਤੀ ਕਰਨ ਲੱਗ ਜਾਓ, ਕਦੇ ਮਰਦਮਸ਼ੁਮਾਰੀ ਆ ਗਈ, ਕਦੇ ਕੁਛ ਆ ਗਿਆ, ਕਦੇ ਕੁਛ ਆ ਗਿਆ। ਅਧਿਆਪਕ ਇਹ ਆ ਕਿ ਤੁਹਾਡੇ ਸਿਰ ਹੀ ਹੋ ਗਏ, ਉਹ ਤੁਹਾਡੇ ਗੁਲਾਮ ਹੋ ਗਏ ਆ ਕਿ ਜਿੱਥੇ ਜੀ ਕੀਤਾ ਤੁਹਾਨੂੰ ਉੱਥੇ ਡਾਹ ਦਿਓ। ਫਿਰ ਤੁਸੀਂ ਕਹਿੰਦੇ ਹੋ ਜੀ ਰਿਜ਼ਲਟ ਨਹੀਂ ਦਿੰਦੇ। ਫਿਰ ਉਹ ਚੀਮਾ ਸਾਹਿਬ ਵਰਗੇ ਕਈ ਉਹਨਾਂ ਦੀਆਂ ਕਲਾਸਾਂ ਲੈਣ ਲੱਗ ਪੈਂਦੇ ਆ, ਉਹਦੀ ਕਲਾਸ ਪਤਾ ਨਹੀਂ ਲੱਗੀ ਆ ਕਿ ਨਹੀਂ ਕਦੇ ਲੱਗੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਸਰਕਾਰ ਦੀ ਬਹੁਤ ਗਲਤ ਪਾਲਿਸੀ ਆ। ਮੇਰੇ ਖਿਆਲ ਦੇ ਨਾਲ ਇਹ ਪਾਲਿਸੀ ਹੈ ਜਿਹੜੀ ਉਹ ਇਹਨਾਂ ਦੀ ਸ਼ਾਇਦ ਅੱਧ ਵੱਟੇ ਦਮ ਤੋੜ ਜਾਵੇਗੀ, ਕਿਉਂਕਿ ਬਹੁਤ ਸਾਰਾ ਵਿਰੋਧ ਹੈ ਜਿਹੜਾ ਉਹ ਅਧਿਆਪਕ ਯੂਨੀਅਨਾਂ ਵੱਲੋਂ ਕੀਤਾ ਜਾ ਰਿਹਾ, ਔਰ ਨਾਲ ਸੋਸ਼ਲ ਮੀਡੀਆ ਤੇ ਵੀ ਲੋਕ ਬਹੁਤ ਇਹਦਾ ਵਿਰੋਧ ਕਰਦੇ ਪਏ ਆ ਕਿ ਇਹ ਕਿਸ ਤਰ੍ਹਾਂ ਦੀ ਇਹਨਾਂ ਦੀ ਪਾਲਿਸੀ ਹੋਈ ਕਿ ਅਧਿਆਪਕਾਂ ਨੂੰ ਇਹ ਉਸ ਅੱਗ ਦੇ ਵਿੱਚ ਧੱਕਦੇ ਪਏ, ਪਰਾਲੀ ਦੀ ਅੱਗ ਦੇ ਵਿੱਚ ਧੱਕਦੇ ਪਏ ਆ, ਜਿੱਥੇ ਆਪ ਸੜਨ ਤੋਂ ਡਰਦੇ ਪਏ। ਕਿਉਂਕਿ ਆਪ ਜੇ ਇਹਨਾਂ ਦੇ ਲੀਡਰ ਜਾਂਦੇ ਆ ਜਾਂ ਇਹਨਾਂ ਦੇ ਅਫਸਰ ਜਾਂਦੇ ਆ, ਫਿਰ ਵੋਟਾਂ ਵੀ ਖਰਾਬ ਹੁੰਦੀਆਂ। ਆਪ ਵੋਟਾਂ ਤੋਂ ਵੀ ਡਰਦੇ ਆ ਤੇ ਸਭ ਕੁਛ ਹੁਣ ਜਿਹੜਾ ਉਹ ਅਧਿਆਪਕਾਂ ਤੇ ਪਾ ਰਹੇ ਆ। ਕਿਉਂ ਅਧਿਆਪਕਾਂ ਨੇ ਦੂਸਰੇ ਦਿਨ ਸਕੂਲਾਂ 'ਚ ਨਹੀਂ ਜਾਣਾ। ਮੰਨ ਲਓ ਕਿਸੇ ਨੇ ਟੈਲੀਫੋਨ ਕਰ ਦਿੱਤਾ ਅਧਿਆਪਕ ਨੇ, ਅਗਲੇ ਦਿਨ ਉੱਥੇ ਸਕੂਲ ਦੇ ਵਿੱਚ 4 ਜਣੇ ਡਾਂਗਾ ਲੈ ਕੇ ਖੜ ਜਾਣ, ਫਿਰ ਅਧਿਆਪਕ ਕਿੱਥੇ ਜਾਊ? ਤੁਹਾਡੀ ਤੇ ਪੁਲਿਸ ਨੇ ਛੇਤੀ ਆਉਣਾ ਨਹੀਂ ਆ। ਸੋ ਬੜੀ ਅਜੀਬੋ ਗਰੀਬ ਜੀ ਇਹਨਾਂ ਦੀ ਪਾਲਿਸੀ ਹੈ। ਸਮਝ ਤੋਂ ਪਰੇ ਦੀ ਗੱਲ ਹੈ ਕਿ ਮਤਾਂ ਪਤਾ ਨਹੀਂ ਕੌਣ ਦਿੰਦਾ ਇਹਨਾਂ ਨੂੰ। ਅਧਿਆਪਕਾਂ ਨੂੰ ਚਾਹੀਦਾ ਉਹ ਜਵਾਬ ਦੇ ਦੇਣ, ਉਹ ਕਹਿ ਦੇਣ ਕਿ ਤੁਹਾਡੇ MLA ਆ ਜਿਹੜੇ ਉਹ ਰਾਤ ਨੂੰ ਨਿਕਲ ਪਿਆ ਕਰਨ, ਉਹ ਆਪਣਾ ਇਲਾਕਾ ਸਾਂਭਦੇ ਆ ਨਾ, ਉਹ ਸੇਵਾ ਲੁੱਟ ਲੈਣੇ ਆਪਦੀ ਜਾਨ ਲੋਕਾਂ ਦੇ ਵਿੱਚ। ਉਹਨਾਂ ਨੂੰ ਕਹਿਣ ਕਿ ਅਸੀਂ ਨਹੀਂ ਸਾੜਨ ਦਿੰਦੇ ਪਰਾਲੀ ਤੁਹਾਡੀ। ਤੁਸੀਂ ਆਪਣੇ MLA ਨੂੰ ਕਹੋ ਨਾ ਕਿ ਉਹ ਲੋਕਾਂ ਦੇ ਵਿੱਚ ਜਾਣ, ਆਪੋ ਆਪਣੇ ਹਲਕੇ 'ਚ ਇਹ ਜ਼ਿੰਮੇਵਾਰੀ ਚੁੱਕਣ ਕਿ ਅਸੀਂ ਨਹੀਂ ਸਾੜਨ ਦੇਣੀ ਪਰਾਲੀ। ਆਪੇ ਲੋਕ ਜਾਣਨ ਜਾਂ MLA ਸਾਹਿਬ ਜਾਣੇ। ਜੀ ਜੀ ਬਿਲਕੁਲ।
ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਹੁਣ ਪਤਾ ਨਹੀਂ ਸੁੱਚਾ ਕਹੀਏ ਕਿ ਲੋਚਾ ਸਿੰਘ ਲੰਗਾਹ ਕਹੀਏ ਨੇ ਨਾ ਕੀਤਾ ਸਮਰਪਣ, ਪੁਲਿਸ ਹੁਣ ਲੀਕਾਂ ਕੁੱਟਣ ਲੱਗੀ ਆ। ਦੇਖੋ ਇਹ ਸਾਡੀ ਪੰਜਾਬ ਪੁਲਿਸ ਆ ਜਾਂ ਹਰਿਆਣਾ ਪੁਲਿਸ ਆ ਜਾਂ ਕਿਤੋਂ ਦੀ ਵੀ ਪੁਲਿਸ ਆ, ਉਹਦੇ ਖੂਨ ਦੇ ਵਿੱਚ ਇਹ ਚੀਜ਼ ਰਚੀ ਪਈ ਹੈ ਕਿ ਉਹਨੇ ਲੀਕਾਂ ਹੀ ਕੁੱਟਣੀਆਂ ਹੁੰਦੀਆਂ ਜੀ। ਜਾਂ ਇਹ ਇੰਨੀ ਐਡਵਾਂਸ ਹੋ ਜਾਂਦੀ, ਕਈ ਵਾਰੀ ਭਗਵੰਤ ਮਾਨ ਨੇ ਇੱਕ ਵਾਰੀ ਆਖਿਆ ਸੀ, ਕਹਿੰਦਾ ਕਿ 3-4 ਦੇਸ਼ਾਂ ਦੀਆਂ ਪੁਲਿਸਾਂ ਇਕੱਠੀਆਂ ਹੋਈਆਂ ਇੱਕ ਥਾਂ ਤੇ ਅਮਰੀਕਾ ਵਾਲਿਆਂ ਨੇ ਆਖਿਆ ਕਿ ਅਸੀਂ ਘਟਨਾ ਤੋਂ 10 ਮਿੰਟ ਬਾਅਦ ਚ ਪਹੁੰਚ ਜਾਂਦੇ ਹਾਂ, 10 ਮਿੰਟ ਹੀ ਮਸਾ ਲੱਗਦੇ, ਅਸੀਂ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦੇ ਹਾਂ। ਤੇ ਜਾਪਾਨ ਵਾਲੇ ਸੀਗੇ, ਉਹ ਕਹਿੰਦੇ ਜੀ ਸਾਨੂੰ ਵੀ ਮਹਾ 8 ਮਿੰਟ ਹੀ ਲੱਗਦੇ ਆ। ਤੇ ਹੋਰ ਇੱਕ ਦੇਸ਼ ਵਾਲਾ ਕੈਨੇਡਾ ਵਾਲਾ ਹੋਊਗਾ, ਉਹ ਕਹਿੰਦਾ ਜੀ ਅਸੀਂ ਤੇ 5 ਮਿੰਟਾਂ ਚ ਹੀ ਪਹੁੰਚ ਜਾਈਦਾ, ਆਪਣੀ ਸਰਵਿਸ ਬਹੁਤ ਫੁੱਲ ਆ। ਤੇ ਉਹ ਪੰਜਾਬ ਵਾਲੇ ਨੂੰ ਪੁੱਛਿਆ, ਹਾਂ ਭਾਈ ਤੂੰ? ਉਹ ਕਹਿੰਦਾ ਛੱਡੋ ਜੀ, ਆਪਾਂ ਨੂੰ ਤੇ ਪਹਿਲੇ ਪਤਾ ਹੁੰਦਾ ਕਿ ਕੰਮ ਕਿੱਥੇ ਹੋਣਾ, ਸਾਨੂੰ ਤੇ ਪਹਿਲਾਂ ਪਤਾ ਹੁੰਦਾ। ਜਾਂ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤੇ ਜਾਂ ਉਹ ਪਹੁੰਚਦੇ ਨਹੀਂ, ਦੋ ਚੀਜ਼ਾਂ ਹੁੰਦੀਆਂ। ਹੁਣ ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਕੀ ਹੋਣ ਡਿਆ, ਦੇਖੋ ਇੱਥੇ ਵੀ ਲੀਕਾਂ ਕੁੱਟੀਆਂ ਜਾ ਰਹੀਆਂ। ਬਿਲਕੁਲ ਜਿਹੜਾ ਤੁਸੀਂ ਸ਼ਬਦ ਵਰਤਿਆ ਬੜਾ ਸਟੀਕ ਆ, ਬੜਾ ਵਜ਼ਨਦਾਰ ਸ਼ਬਦ ਆ ਕਿ ਹੁਣ ਲੀਕਾਂ ਕੁੱਟਣ ਦਾ ਹੀ ਕੰਮ ਕੀਤਾ ਜਾ ਰਿਹਾ ਜੀ। ਦੇਖੋ ਵੀਰਵਾਰ ਤੜਕੇ 5 ਵਜੇ ਪਰਚਾ ਦਰਜ ਹੁੰਦਾ। ਜਿਹੜੀ FIR ਦੀ ਕਾਪੀ ਤੁਸੀਂ ਦੇਖੋਗੇ ਨਾ, ਉਹਦੀ ਟਾਈਮਿੰਗ ਦੇ ਮੁਤਾਬਕ ਤੜਕੇ ਪਰਚਾ ਦਰਜ ਹੁੰਦਾ ਜੀ। ਤੜਕੇ ਪਰਚਾ ਦਰਜ ਹੁੰਦਾ ਤੇ ਸ਼ਾਮੀ 5-5:30 ਵਜੇ ਸੁੱਚਾ ਸਿੰਘ ਲੰਗਾਹ ਪ੍ਰੈਸ ਕਾਨਫਰੰਸ ਲੈਂਦਾ ਪਿਆ, ਪੱਤਰਕਾਰਾਂ ਨੂੰ ਜਾ ਕੇ ਪ੍ਰੈਸ ਨੋਟ ਜਾਰੀ ਕਰਦਾ ਪਿਆ ਤੇ ਐਲਾਨ ਕਰਦਾ ਕਿ ਮੈਂ ਜੀ ਕਿਸੇ ਵਕਤ ਵੀ ਕੱਲ ਨੂੰ ਸਰੈਂਡਰ ਕਰ ਦੂੰਗਾ। ਯਾਨੀ 12 ਘੰਟੇ ਦਾ ਸਮਾਂ ਪੁਲਿਸ ਨੇ ਸੁੱਚਾ ਸਿੰਘ ਲੰਗਾਹ ਨੂੰ ਦਿੱਤਾ। 12 ਘੰਟੇ ਜੀ। 12 ਘੰਟਿਆਂ ਚ ਜੇ ਬੰਦਾ ਪੰਜਾਬ ਚ ਤੁਰੇ, ਚੰਗੀ ਉਹਦੇ ਕੋਲ ਗੱਡੀ ਹੋਵੇ ਜਿਹੋ ਜੀ ਉਹ ਸਰਸੇ ਵਾਲੇ ਸਾਧ ਨੇ ਰੱਖੀ ਆ, ਮੇਰੇ ਖਿਆਲ ਦੇ ਨਾਲ ਇੱਕ ਕੋਨੇ ਚ ਤੁਰੇ ਤੇ ਘੱਟੋ ਘੱਟ ਅੱਧ ਚ ਤੇ ਪਹੁੰਚ ਜੂਗਾ ਨਾ ਭਾਰਤ ਦੇ। 12 ਘੰਟੇ ਦਿੱਤੇ ਗਏ। ਜਦੋਂ ਸਭ ਕੁਛ ਹੋ ਗਿਆ, ਫਿਰ ਸ਼ਾਮੀ 7-8 ਵਜੇ ਉਹਦੇ ਘਰ ਦੇ ਵਿੱਚ ਇੱਕ ਛਾਪਾ ਮਾਰਿਆ। ਸੁੱਚਾ ਸਿੰਘ ਲੰਗਾਹ ਨੂੰ ਫੜਨ ਲਈ ਉਸਨੇ ਮਾਰਿਆ ਛਾਪਾ। ਉਹ ਅਸਲ ਦੇ ਵਿੱਚ ਛਾਪਾ ਨਹੀਂ ਸੀ, ਉਹ ਖਾਨਾ ਪੂਰਤੀ ਸੀ। ਉਹ ਸੁੱਚਾ ਸਿੰਘ ਲੰਗਾਹ ਨੂੰ ਦੱਸਿਆ ਗਿਆ ਕਿ ਅਸੀਂ ਭਾਜੀ ਤੁਹਾਡੇ ਘਰ ਆ ਵੀ ਸਕਦੇ ਹਾਂ, ਆਉਣਾ ਵੀ ਪੈ ਸਕਦਾ। ਸੋ ਇਸ ਕਰਕੇ ਅਗਲੇ ਦਿਨ ਇੰਤਜ਼ਾਰ ਕਰਦੇ ਰਹੇ ਕਿ ਸਰੈਂਡਰ ਕਰਨਾ ਜੀ। ਹੁਣ ਦੇਖੋ ਇੱਕ ਬੰਦੇ ਤੇ ਆਪ ਹੀ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਦੂਜੇ ਪਾਸੇ ਉਹਦੇ ਸਵਾਗਤ ਲਈ ਕੰਪਲੈਕਸ ਦੇ ਵਿੱਚ ਜਾ ਕੇ ਖੜੇ ਅਦਾਲਤ ਦੇ, ਉਹ ਆਊਗਾ ਅਸੀਂ ਇੱਥੇ ਗ੍ਰਿਫਤਾਰ ਕਰਾਂਗੇ। ਜਦੋਂ ਗ੍ਰਿਫਤਾਰ ਕਰਨਾ ਸੀ ਉਦੋਂ ਤੇ ਤੁਸੀਂ ਕੀਤਾ ਨਹੀਂ। 5 ਵਜੇ ਤੁਸੀਂ ਪਰਚਾ ਦਰਜ ਕਰ ਲਿਆ, ਜਾ ਕੇ 7 ਵਜੇ ਅਰੈਸਟ ਪਾ ਦਿਓ ਉਹਦੀ। ਜਦੋਂ ਤੁਸੀਂ ਪਰਚਾ ਦਰਜ ਕਰ ਲਿਆ, ਉਸ ਤੋਂ ਬਾਅਦ ਤੇ ਕਿਸੇ ਸਮੇਂ ਵੀ ਜਾ ਕੇ ਤੁਸੀਂ ਉਹਦੀ ਅਰੈਸਟ ਪਾ ਸਕਦੇ ਹੋ। ਹੁਣ ਕੁਛ ਲੋਕ ਕਹੀ ਜਾਂਦੇ ਆ ਕਿ ਜੀ ਲੰਗਾਹ ਸਾਹਿਬ ਨੂੰ ਫੜ ਲਿਆ, ਇਹ ਅਰੈਸਟ ਨਹੀਂ ਪਾਉਂਦੇ ਪਏ, ਵਿੱਚ 2 ਛੁੱਟੀਆਂ ਆ ਗਈਆਂ। ਪਰ ਮੈਂ ਇਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖਦਾ, ਕਿਉਂਕਿ ਲੰਗਾਹ ਸਾਹਿਬ ਕੋਈ ਛੋਟਾ ਮੋਟਾ ਥੋੜੀ ਬੰਦਾ, ਉਹਦੇ ਉਸ ਇਲਾਕੇ ਦਾ ਬਹੁਤ ਪਹੁੰਚਿਆ ਹੋਇਆ ਬੰਦਾ, ਉਹਨੂੰ ਪੁਲਿਸ ਇਸ ਤਰ੍ਹਾਂ ਨਜਾਇਜ਼ ਹਿਰਾਸਤ 'ਚ ਨਹੀਂ ਰੱਖ ਸਕਦੀ। ਸਾਬਕਾ ਮੰਤਰੀ ਹੈ ਜੀ, ਉਹ ਕੋਈ ਇਹੋ ਜਿਹਾ ਜੇਬ ਕਤਰਾ ਤੇ ਹੈ ਨੀ ਗਾ ਜਿਹਦੇ ਮਗਰ ਕੋਈ ਨਾ ਹੋਵੇ। ਵਕੀਲਾਂ ਦੀ ਫੌਜ ਉਹਨੇ ਪਹਿਲੇ ਤਿਆਰ ਕੀਤੀ ਹੋਊਗੀ, ਕਿਉਂਕਿ ਚੰਡੀਗੜ੍ਹ ਤੱਕ ਤੇ ਉਹ ਕੇਸ ਅੱਗੇ ਲੜ ਆਇਆ। ਇਹ ਗੱਲ ਵੱਖਰੀ ਹੈ ਕਿ ਉੱਥੇ 3 ਸਾਲ ਦੀ ਸਜ਼ਾ ਹੋ ਗਈ। ਸੋ ਇਹ ਜਿਹੜਾ ਹੁਣ ਮਾਮਲਾ ਬਣਦਾ ਜਾ ਰਿਹਾ, ਇਹ ਲਗਭਗ ਹਨੀਪ੍ਰੀਤ ਵਾਲਾ ਹੀ ਬਣਦਾ ਜਾ ਰਿਹਾ। ਹਨੀਪ੍ਰੀਤ ਨੂੰ ਵੀ ਜਦੋਂ ਫੜਨਾ ਸੀ ਉਦੋਂ ਤੇ ਫੜਿਆ ਨਹੀਂ ਜੀ ਜੀ ਜੀ। ਜਦੋਂ ਭੱਜ ਗਈ ਕਹਿੰਦੇ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਵੀ ਬਾਬੇ ਦੇ ਨਾਲ ਰਲੀ ਹੋਈ ਹੈ, ਸਾਨੂੰ ਪਤਾ ਲੱਗ ਗਿਆ ਸੀ ਪਰ ਅਸੀਂ ਫੜੀ ਨਹੀਂ। ਦੇਖੋ ਕਿੱਦਾਂ ਦੀ ਨਕਮੀ ਪੁਲਿਸ ਆ। ਤਾਂ ਇੱਥੇ ਵੀ ਅਸੀਂ ਕਹਿ ਸਕਦੇ ਕਿ ਮਾਮਲਾ ਹੁਣ ਉਹੋ ਜਿਹਾ ਹੀ ਬਣ ਗਿਆ। ਜਦੋਂ ਫੜਨਾ ਸੀ ਪਹੁੰਚ ਕੇ ਜਾ ਕੇ ਜਦੋਂ ਮਰਜ਼ੀ ਫੜ ਲੈਂਦੇ, ਕਿਤੇ ਨਹੀਂ ਸੀ ਭੱਜਣ ਲੱਗਾ। ਹੁਣ ਜਦੋਂ ਭੱਜ ਗਿਆ, ਹੁਣ ਅੱਜ ਵੀ 5 ਵਜੇ ਫੇਰ ਇਹਨਾਂ ਨੇ ਛਾਪਾ ਮਾਰਿਆ, ਕਹਿੰਦੇ ਜੀ ਸੁੱਚਾ ਸਿੰਘ ਲੰਗਾਹ ਦੀ ਰਿਹਾਇਸ਼ ਤੇ ਫੇਰ ਵੱਜਿਆ ਛਾਪਾ। ਇਹ ਛਾਪੇ ਮਾਰੀ ਚੱਲੋ, ਚਾਹੇ ਤੁਸੀਂ ਸਿਆਪੇ ਕਰੀ ਚੱਲੋ, ਹੁਣ ਕੁਛ ਨਹੀਂ ਬੰਨਾ ਬਣਾਉਣਾ। ਹੁਣ ਤੇ ਸੁੱਚਾ ਸਿੰਘ ਲੰਗਾਹ ਦੇ ਮਨ ਦੇ ਵਿੱਚ ਜੇ ਤੁਹਾਡੇ ਪ੍ਰਤੀ ਤਰਸ ਆ ਜਾਵੇ ਤੇ ਖੁਦ ਤਾਂ ਭਾਵੇਂ ਆ ਕੇ ਸਰੈਂਡਰ ਕਰ ਦੇਵੇ। ਤੇ ਜੇ ਉਹਨੇ ਭੱਜਣਾ ਹੋਵੇ, ਪਾਸੇ ਹੋਣਾ ਹੋਵੇ, ਆਪਣੇ ਬਚਾਅ ਲਈ ਉਹਨੇ ਜੇ ਸਮਾਂ ਲੈਣਾ ਹੋਵੇ, ਆਪਣਾ ਬਚਾਅ ਕਰਨਾ ਵੈਸੇ ਹਰੇਕ ਦਾ ਹੱਕ ਆ, ਪਰ ਜੇ ਉਹਨੇ ਆਪਣੇ ਪੱਧਰ ਤੇ ਕੋਈ ਕੰਮ ਕਰਨਾ ਹੋਵੇ, ਇਸ ਤਰ੍ਹਾਂ ਦੀ ਕਾਰਵਾਈ ਪਾਉਣੀ ਹੋਵੇ, ਕੋਈ ਹੱਥ ਪੈਰ ਮਾਰਨਾ ਹੋਵੇ, ਤੇ ਉਹਦੇ ਕੋਲ ਤੇ ਸਮਾਂ ਹੈਗਾ। ਜੇ ਉਹ ਨਿਕਲ ਕੇ ਇੱਕ ਵਾਰੀ ਤੇ ਛੇਤੀ ਹੱਥ ਨਹੀਂ ਆਉਣਾ। ਉਹਦਾ ਹੁਣ ਵੇਖਦੇ ਆ ਹਰਿਆਣਾ ਪੁਲਿਸ ਬਾਜੀ ਮਾਰਦੀ ਹੈ ਜਾਂ ਪੰਜਾਬ ਪੁਲਿਸ ਬਾਜੀ ਮਾਰਦੀ ਹੈ। ਹਨੀਪ੍ਰੀਤ ਔਰ ਸੁੱਚਾ ਸਿੰਘ ਲੰਗਾਹ ਦੇ ਦਰਮਿਆਨ ਇੱਕ ਰੇਸ ਲੱਗ ਗਈ ਆ। ਦੇਖਦੇ ਆ ਕਿ ਇਹਨਾਂ ਦੋਨਾਂ ਚੋਂ ਹਫ਼ਤਾ ਪਹਿਲਾਂ ਕੌਣ ਆ। ਜੀ ਜੀ, ਬਿਲਕੁਲ ਬਿਲਕੁਲ। ਜਾਂਦੇ ਜਾਂਦੇ ਗੱਲ ਕਰ ਲਈਏ ਵੀ ਈਡੀ ਨੇ ਜਾਂਚ ਸ਼ੁਰੂ ਕਰਤੀ ਆ ਡੇਰੇ ਵਾਲਿਆਂ ਦੀ।
ਇਹ ਜਾਂਚ ਪੜਤਾਲ ਦੇ ਹੁਕਮ ਹੈ ਜਿਹੜੇ ਹਾਈ ਕੋਰਟ ਨੇ ਦਿੱਤੇ ਸੀਗੇ ਕਿ ਇਹਨਾਂ ਦੀ ਜਿਹੜੀ ਕਮਾਈ ਆ, ਇੱਕ ਤੇ ਉਹ ਵੇਖੋ, ਦੂਸਰਾ ਇਹ ਵੇਖੋ ਕਿ ਮਨੀ ਲਾਂਡਰਿੰਗ ਦਾ ਤੇ ਕੋਈ ਮੁੱਦਾ ਹੈ ਨਹੀਂ ਵਿੱਚ ਜੀ। ਅਸਲ ਦੇ ਵਿੱਚ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਆ ਜਾਂ ਈਡੀ ਆ, ਇਹ ਜਾਂਚ ਪੜਤਾਲ ਉਦੋਂ ਹੀ ਕਰਦੇ ਆ ਜਦੋਂ ਪਹਿਲਾਂ ਮਾਮਲਾ ਦਰਜ ਕਰ ਲੈਂਦੇ ਆ। ਹੁਣ ਜੇ ਜਾਂਚ ਪੜਤਾਲ ਸ਼ੁਰੂ ਹੋਈ ਹੈ ਤਾਂ ਮਤਲਬ ਪਹਿਲਾਂ ਉਹਨਾਂ ਨੇ ਮਾਮਲਾ ਦਰਜ ਕਰ ਲਿਆ। ਹੁਣ ਇਹਦੇ 'ਚ ਉਹ 2-3 ਚੀਜ਼ਾਂ ਕੇਂਦਰ ਬਿੰਦੂ ਬਣਾ ਕੇ ਚੱਲਣਗੇ। ਇੱਕ ਤੇ ਇਹ ਕਿ ਜਿਹੜੇ ਹਸਪਤਾਲ ਜਾਂ ਜਿਹੜੇ ਸਿੱਖਿਆ ਸੰਸਥਾਨ ਡੇਰੇ ਦੇ ਵਿੱਚ ਚੱਲਦੇ ਪਏ ਸਨ, ਕੀ ਉਹ ਮਨਜ਼ੂਰਸ਼ੁਦਾ ਨੇ? ਦੂਸਰਾ, ਕੀ ਉਹਨਾਂ ਦੀ ਜਿਹੜੀ ਕਾਗਜ਼ੀ ਕਾਰਵਾਈ ਕਹਿ ਦਿੰਦੇ, ਕਾਗਜ਼ੀ ਖਾਨਾ ਪੂਰਤੀ, ਕੀ ਉਹ ਪੂਰੀ ਹੋਈ ਦੀ ਹੈ? ਤੀਜੀ ਜਿਹੜੀ ਇੱਕ ਚੀਜ਼ ਵਿਚਾਰਨ ਵਾਲੀ ਹੈ, ਸਾਡੇ ਮੀਡੀਆ ਨੇ ਵੈਸੇ ਛੱਡ ਦਿੱਤੀ, ਸਾਡੇ ਆਮ ਬੋਲਚਾਲ 'ਚ ਵੀ ਉਹ ਚਰਚਾ ਦਾ ਵਿਸ਼ਾ ਨਹੀਂ ਬਣੀ, ਉਹ ਹੈ ਕਿ ਜਿਹੜੀ ਕਮਾਈ ਇਹਨਾਂ ਨੇ ਫਿਲਮਾਂ ਤੇ ਲਾਈ ਹੈ ਉਹ ਵੀ ਦੇਖੀ ਜਾਵੇ ਕਿ ਕਮਾਈ ਕਿੰਨੀ ਆਈ ਹੈ, ਕਿੰਨੀ ਲੱਗੀ ਹੈ, ਕਿੰਨੀ ਜਿਹੜੀ ਲਾਗਤ ਮੁੜੀ ਹੈ। ਵੈਸੇ ਦਿਲਚਸਪ ਕਿੱਸਾ ਫਿਲਮਾਂ ਦਾ ਜਿਹੜਾ ਇਹਨਾਂ ਦਾ ਬਜਟ ਆ, ਉਹ ਦੱਸਦੇ ਆ ਕਿ ਬਹੁਤ ਘੱਟ ਵਿਖਾਇਆ ਗਿਆ ਤੇ ਜਿਹੜੀ ਕਮਾਈ ਆ ਉਹ ਬਹੁਤ ਵਧਾ ਕੇ ਵਿਖਾਈ ਗਈ। ਬਿਲਕੁਲ ਬਲੈਕ ਨੂੰ ਕਰਤਾ। ਜਿਹੜੇ ਬਾਕਸ ਆਫਿਸ ਦੇ ਨਾਲ ਜੁੜੇ ਆ ਮਾਹਰ, ਉਹ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਆ ਕਿ ਇਸ ਫਿਲਮ ਦੇ ਜ਼ਰੀਏ, ਇਸ ਫਿਲਮ ਦੇ ਕਾਰੋਬਾਰ ਜ਼ਰੀਏ ਕਿਤੇ ਨਾ ਕਿਤੇ ਬਲੈਕ ਮਨੀ ਹੈ ਜਿਹੜੀ ਵਾਈਟ ਕੀਤੀ ਗਈ ਹੈ ਜੀ। ਹੁਣ ਈਡੀ ਵੇਖੇਗੀ ਕਿਉਂਕਿ ਵਾਕਈ ਉਸ ਗੱਲ ਦੇ ਵਿੱਚ ਕੋਈ ਦਮ ਹੈ, ਉਸ ਸ਼ੱਕ ਦੇ ਵਿੱਚ ਕੋਈ ਵਜ਼ਨ ਹੈ। ਸੋ ਇੰਤਜ਼ਾਰ ਕਰਨਾ ਪਵੇਗਾ ਕਿ ਇਹ ਜਿਹੜੀਆਂ ਰਿਪੋਰਟਾਂ ਦੋ ਆਉਂਦੀਆਂ, ਇਹ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਡੇਰੇ ਦੇ ਵਿੱਚ ਅਸਲ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਕੋਈ ਗੜਬੜ ਹੁੰਦੀ ਸੀ ਜਾਂ ਨਹੀਂ ਹੁੰਦੀ। ਇੱਥੋਂ ਪਤਾ ਲੱਗੇਗਾ ਕਿ ਫਿਲਮਾਂ ਬਣਾਉਣ ਦਾ ਇਸ ਰੰਗੀਲੇ ਸਾਹਿਬ ਦਾ ਮੰਤਵ ਕੀ ਸੀ, ਕਮਾਈ ਨੂੰ ਚਿੱਟਿਆ ਕਰਨ ਦਾ, ਜਾਂ ਸੱਚਮੁੱਚ ਕਹਿੰਦਾ ਸੀਗਾ ਕਿ ਮੈਨੂੰ ਤੇ ਅਕਲ ਆਈ ਨਹੀਂ, ਘੱਟੋ ਘੱਟ ਲੋਕਾਂ ਨੂੰ ਤੇ ਅਕਲ ਦੇ ਦੇਵਾਂ ਫਿਲਮਾਂ ਦੇ ਜ਼ਰੀਏ। ਇਹ ਸਾਰੀਆਂ ਚੀਜ਼ਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗ ਜੀ ਜੀ। ਤੇ ਮਿੰਟੂ ਗੁਰੇਸ਼ਵਰੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।